ਅੱਜ ਗੱਲ ਕਿਤੇ ਨਾ ਕਿਤੇ ਚੁੱਭੂਗੀ ਤੇ ਕਿਤੇ ਨਾ ਕਿਤੇ ਚੰਗੀ ਲੱਗੂਗੀ। ਮੁੱਦਾ ਹੀ ਐਸਾ। ਮੈਂ ਪਰਮਜੀਤ ਸਿੰਘ ਬਾਠ ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਕੈਨੇਡਾ ਦੇ ਵਿੱਚ ਬੈਠੇ ਹਾਂ, ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿੱਚ, ਤੇ ਅੱਜ ਗੱਲਬਾਤ ਹੋਏਗੀ ਇੱਥੋਂ ਜਿੱਤ ਕੇ ਵਿਧਾਨ ਸਭਾ ਦੇ ਵਿੱਚ ਪੁੱਜੇ ਰਚਨਾ ਸਿੰਘ ਹੋਰਾਂ ਦੇ ਨਾਲ। ਇਸ ਲਈ ਸੰਸਦੀ ਸਕੱਤਰ ਨੇ, ਜਾਣੀ ਕਿ ਅਹੁਦਾ ਇੱਕ ਸਟੈਪ ਇੱਕ ਪੌੜਾ ਹੋਰ ਉੱਪਰ ਹੋ ਗਿਆ। ਮੁੱਦਾ ਹੋਏਗਾ ਨਸਲੀ ਭੇਦਭਾਵ ਦਾ। ਪਰ ਇਹਦੇ ਤੋਂ ਪਹਿਲਾਂ ਕਿ ਮੈਂ ਉਹਨਾਂ ਦੇ ਨਾਲ ਤੁਹਾਡੀ ਜਾਣ ਪਹਿਚਾਣ ਕਰਾਵਾਂ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ, ਭੋਰਾ ਕ ਪੰਜਾਬ ਜਾਣਾ, ਕਿਉਂਕਿ ਆਪਾਂ ਸਾਰੇ ਪੰਜਾਬ ਤੋਂ ਆਏ ਹਾਂ ਤੇ ਪੰਜਾਬ ਦੇ ਵਿੱਚ ਬੈਠੇ ਹਾਂ। ਤੁਸੀਂ ਸਾਰੀ ਦੁਨੀਆ ਦੇ ਵਿੱਚ ਵੇਖ ਤੇ ਸੁਣ ਰਹੇ ਹੋ। ਬਹੁਤ ਵਾਰ ਹੁੰਦਾ ਕਿ ਪੰਜਾਬ ਦੇ ਵਿੱਚ ਸਾਨੂੰ ਐਂ ਲੱਗਦਾ ਕਿ ਭਾਈ ਠੀਕ ਹੀ ਆ, ਅਸੀਂ ਤਾਂ ਦੁਨੀਆ ਦੇ ਸਭ ਤੋਂ ਠੀਕ ਬੰਦੇ ਹਾਂ, ਠੀਕ ਮਨੁੱਖ ਹਾਂ, ਅਸੀਂ ਕਿਸੇ ਨਾਲ ਧੱਕਾ ਨਹੀਂ ਕਰਦੇ, ਸਾਡੇ ਨਾਲ ਭਾਵੇਂ ਕੋਈ ਕਰ ਜਾਏ। ਪਰ ਜਦੋਂ ਝੋਨਾ ਵੱਢਣਾ ਹੁੰਦਾ, ਝਾੜਨਾ ਹੁੰਦਾ, ਝੋਨਾ ਲਾਉਣਾ ਹੁੰਦਾ, ਜਾਂ ਫਿਰ ਕਣਕ ਦਾ ਸੀਜ਼ਨ ਹੁੰਦਾ, ਗੰਨੇ ਛਿੱਲਣੇ ਹੁੰਦੇ ਆ, ਤਾਂ ਪ੍ਰਵਾਸੀ ਮਜ਼ਦੂਰ ਆਉਂਦੇ ਆ। ਮੈਨੂੰ ਸੀ ਕਿ ਅੰਗ ਸੰਗ ਆਪਾਂ ਲੈ ਕੇ ਚੱਲੀਏ ਸਾਰਾ ਕੁਛ, ਕਿਉਂਕਿ ਮੁੜਕੇ ਦੀ ਜਿਹੜੀ ਮਹਿਕ ਆ ਨਾ, ਉਹ ਬੜੀ ਸਟਰੋਂਗ ਹੁੰਦੀ ਹੈ, ਮਜ਼ਬੂਤ ਹੁੰਦੀ ਹੈ। ਤੇ ਅਸੀਂ ਕਈ ਵਾਰੀ ਉਹਨਾਂ ਲੋਕਾਂ ਦੇ ਨਾਲ ਕਿੱਦਾਂ ਦਾ ਸਲੂਕ ਕਰਦੇ ਹਾਂ, ਕਿੱਦਾਂ ਦੇ ਸ਼ਬਦ ਵਰਤਦੇ ਹਾਂ, ਕਿੱਦਾਂ ਦੇ ਥਾਂ ਦੇ ਉੱਤੇ ਉਹਨਾਂ ਨੂੰ ਰਹਿਣਾ ਪੈਂਦਾ, ਤੇ ਕਿੱਦਾਂ ਦੇ ਨਸਲੀ ਭੇਦਭਾਵ ਦਾ ਕਈ ਵਾਰੀ ਸਾਹਮਣਾ ਕਰਨਾ ਪੈਂਦਾ, ਤੇ ਆਪਾਂ ਹੀ ਕਰ ਜਾਂਦੇ, ਕਈ ਵਾਰੀ ਸਾਨੂੰ ਮਹਿਸੂਸ ਨਹੀਂ ਹੁੰਦਾ। ਉਸ ਚੀਜ਼ ਨੂੰ ਧਿਆਨ 'ਚ ਰੱਖਿਓ। ਕੈਨੇਡਾ ਦੇ ਵਿੱਚ ਵੀ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਹੋਰ ਢੰਗ ਤਰੀਕੇ ਦੇ ਨਾਲ ਲੁਕੀਆਂ ਹੋਈਆਂ, ਸੰਸਥਾਗਤ, ਢਾਂਚਾਗਤ ਮੌਜੂਦ ਹੈਗੀਆਂ। ਉਹਦੇ ਲਈ ਇੱਕ ਅਹਿਮ ਚੀਜ਼ ਜਿਹੜੀ ਇੱਥੋਂ ਦੀ ਵਿਧਾਨ ਸਭਾ ਦੇ ਵਿੱਚ ਆਈ ਹੈ ਤੇ ਲਿਆਂਦੀ ਹੈ ਰਚਨਾ ਸਿੰਘ ਹੋਰਾਂ ਨੇ। ਪੰਜਾਬ ਦੀ ਧੀ ਇੱਥੇ ਆ ਕੇ ਰਾਜਨੀਤੀ ਦੇ ਵਿੱਚ ਸਰਗਰਮ ਹੋ ਕੇ ਅੱਗੇ ਉਹਨਾਂ ਨੇ ਵਧਣਾ ਜਾਰੀ ਰੱਖਿਆ। ਅਸੀਂ ਉਹਨਾਂ ਦੇ ਵਧੀਆ ਭਵਿੱਖ ਦੀ ਇੱਕ ਪਾਸੇ ਕਾਮਨਾ ਕਰਦੇ ਹਾਂ ਕਿ ਭਾਈ ਅੱਗੇ ਲੈ ਕੇ ਜਾਣ ਤੇ ਮੁੱਦੇ ਇਦਾਂ ਦੇ ਚੁੱਕਣ। ਰਚਨਾ ਸਿੰਘ ਜੀ, ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਭਾਜੀ, ਥੈਂਕਸ ਫॉर ਹੈਵਿੰਗ ਮੀ। ਇਹਦੇ ਤੋਂ ਪਹਿਲਾਂ ਕਿ ਆਪਾਂ ਮੁੱਦੇ ਤੇ ਆਈਏ, ਨਸਲੀ ਭੇਦਭਾਵ ਦੇ ਮੁੱਦੇ ਤੇ ਬਹੁਤ ਸਾਰੇ ਲੋਕ ਹੈਰਾਨ ਹੋਣਗੇ, ਕੈਨੇਡਾ ਦੇ ਵਿੱਚ ਕਿੱਦਾਂ ਹੋ ਸਕਦਾ। ਮੇਰਾ ਪਹਿਲਾ ਸਵਾਲ ਹੀ ਇਹ ਆ ਕਿ ਨਸਲੀ ਭੇਦਭਾਵ ਇੱਥੇ ਕਿਤੇ ਐਗਜ਼ਿਸਟ ਕਰਦਾ, ਕਿਤੇ ਹੈਗਾ ਅੱਜ ਦੀ ਤਰੀਕ ਦੇ ਵਿੱਚ ਵੀ? ਜੀ ਬਿਲਕੁਲ। ਔਰ ਤੁਸੀਂ ਜਿਵੇਂ ਕਿਹਾ ਕਿ ਜਿਵੇਂ ਸਾਡੀ ਬਹੁਤ ਜ਼ਿਆਦਾ ਅਚੀਵਮੈਂਟਸ ਹੈ, ਔਰ ਸਪੈਸ਼ਲੀ ਜੇ ਅਸੀਂ ਪੰਜਾਬੀਆਂ ਦੀ ਦੇਖੀਏ ਤਾਂ ਰਿਪਰੈਜ਼ੈਂਟੇਸ਼ਨ ਦੇਖਦੇ ਹਾਂ, ਅਸੀਂ ਬਹੁਤ ਤਰੱਕੀ ਵੀ ਕੀਤੀ ਹੈ, ਬਹੁਤ ਪੈਸੇ ਵੀ ਕਮਾਏ ਹੈਗੇ ਆ। ਤੇ ਕਈ ਵਾਰ ਸਾਨੂੰ ਇਸ ਭੁਲੇਖਾ ਲੱਗ ਜਾਂਦਾ ਹੈ ਕਿ ਇਹ ਜਿਹੜਾ ਮੁਲਕ ਹੈਗਾ ਇਹਦੇ 'ਚ ਭੇਦਭਾਵ ਨਹੀਂ ਹੈਗਾ, ਬਹੁਤ ਹੀ ਮਲਟੀਕਲਚਰਲ ਮੁਲਕ ਹੈ। ਤੇ ਪਰ ਹੈ ਕਿ ਜੇ ਥੋੜ੍ਹੇ ਸਾਲ ਪਹਿਲਾਂ ਹੀ ਜਾਈਏ ਤੇ ਜਿਵੇਂ ਦੀਆਂ ਸਟਰਗਲਸ ਹੋਈਆਂ, ਜੇ ਕਾਮਾਕਾਟਾ ਮਾਰੂ ਜਿਹਦੀ ਅਸੀਂ ਐਨੀਵਰਸਰੀ ਹਰ ਸਾਲ ਮਨਾਉਂਦੇ ਹੈਗੇ ਆ, ਉਹ ਕਦੀ ਭੁੱਲ ਨਹੀਂ ਸਕਦੇ ਅਸੀਂ ਕਿ ਉਹ ਟਾਈਮ ਵੀ ਸੀਗਾ, ਸਾਨੂੰ ਇੱਥੇ ਆਉਣ ਦੀ ਇਜਾਜ਼ਤ ਨਹੀਂ ਸੀਗੀ। ਚਾਈਨੀਜ਼ ਹੈਡ ਟੈਕਸ ਹੋਇਆ ਕਿ ਚਾਈਨੀਜ਼ ਲੋਕਾਂ ਦੇ ਉੱਤੇ, ਜੈਪਨੀਜ਼ ਇੰਟਰਨਮੈਂਟ, ਜਿਹੜੇ ਲੋਕੀ ਜੈਪਨੀਜ਼ ਇੱਥੇ ਰਹਿੰਦੇ ਹੀ ਸੀਗੇ, ਔਰ ਸਾਡੇ ਵਰਗੇ ਲੋਕ ਜਿਹੜੇ ਹੈਗੇ ਏਸ਼ੀਅਨ ਮੂਲ ਦੇ ਲੋਕ, ਉਹਨਾਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਸੀਗਾ। 40 ਸਾਲ ਇਹ ਵੋਟ ਪਾਉਣ ਦਾ ਹੱਕ ਵੀ ਸਾਡੇ ਤੋਂ ਖੋਇਆ ਗਿਆ। ਸਾਡੇ ਬਜ਼ੁਰਗਾਂ ਦੀ ਜੱਦੋ-ਜਹਿਦ ਤੋਂ ਬਾਅਦ, ਸਟਰਗਲਸ ਤੋਂ ਬਾਅਦ ਇਹ ਹੱਕ ਸਾਨੂੰ ਮਿਲਿਆ। ਸੋ ਜਿਹੜੇ ਅਸੀਂ ਜੇ ਆਪਣਾ ਥੋੜ੍ਹਾ ਜਿਹਾ ਪਿੱਛੇ ਜਾ ਕੇ ਹਿਸਟਰੀ ਦੇਖਦੇ ਹਾਂ ਤੇ ਸਾਨੂੰ ਨਸਲਵਾਦ ਦੀਆਂ ਕਈ ਐਗਜ਼ਾਮਪਲ ਸਾਡੇ ਸਾਹਮਣੇ ਆ ਜਾਂਦੇ ਹੈਗੇ। ਪਰ ਨਾਲ ਹੀ ਨਾਲ ਜਿਹੜਾ ਇਹ ਮੁਲਕ ਹੈਗਾ, ਇੱਕ ਇਹਨੂੰ ਅਸੀਂ ਕਹਿੰਦੇ ਹਾਂ ਕਿ ਕਲੋਨੀਅਲ ਇਹਦੀ ਜਿਹੜੀ ਹਿਸਟਰੀ ਹੈ, ਇਹ ਮੁਲਕ ਹੈਗਾ ਮੂਲ ਵਾਸੀਆਂ ਦਾ, ਇੰਡੀਜਨਸ ਭਾਈਚਾਰਾ ਜਿਹੜਾ ਹੈਗਾ, ਉਹਨਾਂ ਬਾਰੇ ਹੁਣ ਅਸੀਂ ਅੱਜ ਕੱਲ੍ਹ ਕਾਫੀ ਜ਼ਿਆਦਾ ਚਰਚਾ ਗੱਲ ਸੁਣਦੇ ਹਾਂ। ਪਰ ਜੇ ਪਿੱਛੇ ਜਦ ਮੈਂ ਆਈ ਸੀਗੀ 20 ਸਾਲ ਪਹਿਲਾਂ, ਇੰਨੀ ਜ਼ਿਆਦਾ ਅਸੀਂ ਚਰਚਾ ਨਹੀਂ ਕਰਦੇ ਸੀਗੇ ਉਹਨਾਂ ਬਾਰੇ, ਜਾਂ ਉਹਨਾਂ ਬਾਰੇ ਇੰਨਾ ਜ਼ਿਆਦਾ ਪੜ੍ਹਨ ਨੂੰ ਨਹੀਂ ਮਿਲ ਰਿਹਾ ਸੀ, ਸਾਡੇ ਬੱਚਿਆਂ ਨੂੰ ਤਾਂ ਬਿਲਕੁਲ ਹੀ ਨਹੀਂ। ਤੇ ਉਹਨਾਂ ਨਾਲ ਇੱਕ ਜਿਹੜੀ ਤਰਾਸਦੀ ਜਿਹੜੀ ਸਦੀਆਂ ਤੋਂ ਹੁੰਦੀ ਆਈ ਹੈ, ਅੱਜ ਵੀ ਹੋ ਰਹੀ ਹੈਗੀ ਹੈ, ਔਰ ਉਹ ਇੱਕ ਰਿਐਲਿਟੀ ਹੈਗੀ ਹੈ, ਇਟਸ ਅ ਡਰਟੀ ਰਿਐਲਿਟੀ ਆਫ ਕੈਨੇਡਾ। ਸੋ ਅਸੀਂ ਮਲਟੀਕਲਚਰਲਿਜ਼ਮ 'ਤੇ ਬਹੁਤ ਜ਼ਿਆਦਾ ਅਸੀਂ ਗੱਲਾਂ ਕਰਦੇ ਹਾਂ, ਅਸੀਂ ਬਹੁਤ ਤਿਉਹਾਰ ਇੱਥੇ ਮਨਾਉਂਦੇ ਹਾਂ, ਸਾਡੀ ਰਿਪਰੈਜ਼ੈਂਟੇਸ਼ਨ ਵੀ ਹੈਗੀ ਹੈ। ਪਰ ਨਾਲ ਹੀ ਨਾਲ ਜਿਹੜਾ ਇੱਕ ਉਹਦਾ ਇੱਕ ਬਹੁਤ ਹੀ ਘਿਨੌਣਾ ਰੂਪ ਹੈਗਾ, ਉਹ ਹੈਗਾ ਰੇਸਿਜ਼ਮ ਦਾ, ਵਿਚ ਸਟਿਲ ਐਗਜ਼ਿਸਟ। ਅੱਖਾਂ ਨਹੀਂ ਮੀਟ ਸਕਦੇ ਆਪਾਂ ਜੀ। ਅੱਛਾ ਰਚਨਾ ਸਿੰਘ ਜੀ, ਮੈਂ ਪਰਤ ਉਧਰਲੇ ਪਾਸੇ ਨੂੰ ਚੱਲਣਾ, ਪਰ ਸਭ ਤੋਂ ਪਹਿਲਾਂ ਮੈਂ ਇਹ ਜ਼ਰੂਰ ਪੁੱਛਣਾ ਕਿ ਤੁਸੀਂ ਗੱਲ ਕਰ ਰਹੇ ਸੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਕਿ 21 ਸਾਲ ਪਹਿਲਾਂ ਤੁਸੀਂ ਆਏ। 21 ਸਾਲਾਂ 'ਚ ਨਾ ਕਈ ਵਾਰੀ ਪੰਜਾਬ ਦੇ ਪਿੰਡ 'ਚ ਇਹ ਸਰਪੰਚ ਨਹੀਂ ਬਣ ਦੇਈਦਾ ਤੇ ਤੁਸੀਂ ਐਮਐਲਏ ਬਣੇ, ਸੰਸਦੀ ਸਕੱਤਰ ਬਣੇ, ਜਾਣੀ ਐਮਐਲਏ ਦੀ ਤੁਹਾਡੀ ਟਰਮ ਜਿਹੜੀ ਅੱਗੇ ਵਧੀ ਹੈ। ਤਾਂ ਇੱਕ ਪਾਸੇ ਆਪਾਂ ਭੇਦਭਾਵ ਦੀ ਗੱਲ ਕਰਦੇ ਹਾਂ ਕਿ ਇੱਥੇ ਕਿਤੇ ਨਾ ਕਿਤੇ ਉਹ ਹੈਗਾ, ਦੂਸਰੇ ਪਾਸੇ 21 ਸਾਲਾਂ ਦੇ ਵਿੱਚ ਜੇ ਲਗਾਤਾਰ ਐਮਐਲਏ ਦੀ ਕੁਰਸੀ ਵੀ ਮਿਲਦੀ ਹੈ, ਉਹਦੇ ਤੋਂ ਬਾਅਦ ਸੰਸਦੀ ਸਕੱਤਰ, ਉਹ ਵੀ ਮਹਿਕਮਾ ਵੀ ਉਹ ਦਿੱਤਾ ਜਾਂਦਾ ਜਿਹਦੀ ਲੋੜ ਬੜੀ ਸੀ। ਤਾਂ ਇਹਦਾ ਮਤਲਬ ਹੈ ਕਿ ਮੌਕੇ ਵੀ ਹੈ, ਪਰ ਕਿਤੇ ਨਾ ਕਿਤੇ ਕੁਛ ਚੀਜ਼ਾਂ ਦਰੁਸਤ ਕਰਨ ਵਾਲੀਆਂ ਇੱਦਾਂ ਹੀ ਆ ਜੀ। ਬਿਲਕੁਲ ਜੀ, ਬਿਲਕੁਲ। ਮੈਂ ਆਪਣੇ ਆਪ ਨੂੰ ਬਹੁਤ ਹੀ ਜ਼ਿਆਦਾ ਪ੍ਰਿਵਿਲੇਜ ਸਮਝਦੀ ਹਾਂ ਕਿ ਇੱਥੇ ਆਈ ਇੱਕ ਇਮੀਗ੍ਰੈਂਟ ਵਜੋਂ, ਜਿਵੇਂ ਅਸੀਂ ਸਾਰੇ ਆਏ ਹਾਂ, ਤੇ ਉਹਦੇ ਮੈਨੂੰ ਐਵੇਂ ਦਾ ਮੌਕਾ ਮਿਲਿਆ। ਉਹਦੇ ਲਈ ਬਹੁਤ ਸਟਰੋਂਗ ਐਲਾਈਜ਼ ਰਹੇ ਆ ਮੇਰੇ, ਉਹਨਾਂ ਦੀ ਮੈਂ ਸ਼ੁਕਰਗੁਜ਼ਾਰ ਹੈਗੀ ਹਾਂ। ਪਰ ਇਹ ਕਿ ਨਾਲ ਹੀ ਨਾਲ ਜਿਵੇਂ ਦੀ ਇੱਕ ਰਿਸਪੋਂਸਿਬਿਲਿਟੀ ਮੇਰੇ ਉੱਤੇ ਸੌਂਪੀ ਗਈ ਹੈ, ਜਾਂ ਜਿਵੇਂ ਦਾ ਮੈਨੂੰ ਜਿਸ ਲੈਵਲ 'ਤੇ ਮੈਂ ਪਹੁੰਚੀ ਹੈਗੀ ਹਾਂ, ਆਈ ਕੈਨ ਨਾਟ ਫੋਰਗੈਟ ਕਿ ਜਿਹੜੀਆਂ ਸਟਰਗਲਸ ਅਜੇ ਵੀ ਜਾਰੀ ਹੈਗੀਆਂ। ਜੇ ਮੈਂ ਇੱਕ ਕਹਾਂ ਕਿ ਰਚਨਾ ਸਿੰਘ ਅੱਜ ਇੰਨਾ ਕੁਛ ਅਚੀਵ ਕਰ ਸਕਦੀ ਹੈ ਤੇ ਸਾਰੀ ਦੁਨੀਆ ਕਰੇ, ਮੈਂ ਚਾਹੂੰਗੀ ਕਿ ਸਾਰੀ ਦੁਨੀਆ ਕਰੇ, ਪਰ ਇਹ ਰਿਐਲਿਟੀ ਨਹੀਂ ਹੈਗੀ ਹੈ ਬਹੁਤ ਲੋਕਾਂ ਲਈ, ਔਰ ਸਪੈਸ਼ਲੀ ਜਿਹੜਾ ਇੰਡੀਜਨਸ ਸਿਆਹ ਨਸਲ ਦੇ ਲੋਕੀ ਜਾਂ ਰੰਗਦਾਰ ਲੋਕੀ, ਸਾਡੇ ਵਰਗੇ ਲੋਕੀ
ਅਜੇ ਵੀ ਬਹੁਤ ਜ਼ਿਆਦਾ ਸਟਰਗਲਸ, ਇੱਕ MLA ਦੀ ਕੁਰਸੀ ਤੱਕ ਪਹੁੰਚਣਾ ਹੀ ਨਹੀਂ, ਪਰ ਜਿਹੜੀਆਂ ਉਹਨਾਂ ਦੀ ਐਵਰੀ ਡੇ ਰੋਜ਼ ਜਿਹੜੀਆਂ ਇੱਕ ਗਵਰਨਮੈਂਟ ਸਰਵਿਸ ਨੂੰ ਐਕਸੈਸ ਕਰਨ ਲਈ ਵੀ ਜਿਹੜੀਆਂ ਉਹਨਾਂ ਨੂੰ ਸਟਰਗਲਸ ਕਰਨੀਆਂ ਪੈਂਦੀਆਂ, ਉਹ ਵੀ ਇੱਕ ਰਿਐਲਿਟੀ ਹੈਗੀ ਹੈ ਬ੍ਰਿਟਿਸ਼ ਕੋਲੰਬੀਆ ਦੀ। ਅੱਛਾ, ਮੈਂ ਇੱਕ ਚੀਜ਼ ਹੋਰ ਆਖਰੀ ਪੁੱਛਣੀ ਆ ਕਿ ਰਾਜਨੀਤੀ ਦੇ ਵਿੱਚ ਆਉਣਾ, ਤੁਸੀਂ, ਮੈਂ ਪਹਿਲਾਂ ਤੁਹਾਡੇ ਇਤਿਹਾਸ ਬਾਰੇ ਪੜ੍ਹਦਾ ਸੀ ਇੱਥੇ ਆ ਕੇ ਕਿ ਜਿਹੜੀ ਘਰੇਲੂ ਹਿੰਸਾ, ਡੋਮੈਸਟਿਕ ਵਾਇਲੈਂਸ ਦੇ ਮੁੱਦੇ ਦੇ ਉੱਤੇ, ਔਰਤਾਂ ਦੇ ਹੱਕਾਂ ਦੇ ਲਈ ਵੀ ਤੁਸੀਂ ਜਿਹੜਾ ਉਹ ਕੰਮ ਕਰਦੇ ਰਹੇ। ਬੜੀ ਸਾਡੇ ਲਈ ਹੈਰਾਨੀ ਵਾਲੀ ਗੱਲ ਹੈ ਵੈਸੇ ਕਿ ਜਾਣੀ ਇੱਦਾਂ ਦਾ ਦੇਸ਼ ਹੋਵੇ ਕਿ ਇੱਥੇ ਵੀ ਉਹ ਕੰਮ ਕਰ ਚੱਲੇ ਜਾਂਦੇ, ਕੋਈ ਕੁੱਟੇ, ਕੋਈ ਮਾਰੇ, ਕੋਈ ਇੱਦਾਂ ਦੀ ਗੱਲਾਂ ਚੱਲਦੀਆਂ ਨੇ। ਬਿਲਕੁਲ, ਔਰ ਬਹੁਤ ਜ਼ਿਆਦਾ ਚੱਲਦੀਆਂ। ਉਹਦਾ ਕਾਰਨ ਹੈ ਕਿ ਕੋਈ ਵੀ ਸਮਾਜ ਜਿਹੜਾ ਹੈਗਾ ਜੋ ਇੰਨਾ ਵਿਕਸਿਤ ਨਹੀਂ ਹੋਇਆ ਕਿ ਸਭ ਕੁਝ ਅਸੀਂ ਕੋਈ ਆਪਟੀਮਮ ਸੁਸਾਇਟੀ 'ਚ ਨਹੀਂ ਰਹਿ ਰਹੇ ਹੈਗੇ, ਪਰ ਨਾਲ ਹੀ ਨਾਲ ਹੈਗਾ ਕਿ ਇੱਥੇ ਉਹ ਅੰਕੜੇ ਤੁਹਾਨੂੰ ਜਿਹੜੇ ਜ਼ਿਆਦਾ ਮਿਲਦੇ ਹੈਗੇ ਆ, ਕਿਉਂਕਿ ਇੱਥੇ ਉਹਨਾਂ ਚੀਜ਼ਾਂ ਦੇ ਉੱਤੇ ਉਹਨੂੰ ਇੱਕ ਮੇਜਰ ਕੀਤਾ ਜਾਂਦਾ ਹੈ ਤੇ ਉਹਨਾਂ ਉੱਤੇ ਉਹਨਾਂ ਦੀ ਰੋਕਥਾਮ ਕਰਨ ਲਈ ਇੱਕ ਸੰਸਥਾਵਾਂ ਵੀ ਜੁੜੀਆਂ ਹੋਈਆਂ। ਸੋ ਵੀ ਹੀਅਰ ਮੋਰ ਅਬਾਊਟ ਡੋਮੈਸਟਿਕ ਵਾਇਲੈਂਸ ਹੋ ਗਿਆ, ਰੇਸਿਸਟ ਇਨਸੀਡੈਂਟਸ ਦੀਆਂ ਵੀ ਹੁਣ ਜ਼ਿਆਦਾ ਗੱਲ ਹੋਈ ਹੈ। ਕੋਈ ਵੀ ਚੀਜ਼ ਹੈ ਉਹਦੇ ਅੰਕੜੇ ਅਸੀਂ ਜ਼ਿਆਦਾ ਇਕੱਠੇ ਕਰ ਰਹੇ ਹਾਂ ਤੇ ਉਹਦੀ ਗੱਲਬਾਤ ਵੀ ਜ਼ਿਆਦਾ ਹੋ ਰਹੀ। ਠੀਕ ਹੈ ਜੀ, ਹੁਣ ਆਪਾਂ ਮੁੱਦੇ ਦੇ ਉੱਤੇ ਆਉਂਦੇ ਹਾਂ। ਕਹਾਣੀ ਜਿਹੜੀ ਨਸਲੀ ਭੇਦਭਾਵ ਦੀ ਜਦੋਂ ਚੱਲਦੀ ਹੈ, ਪਹਿਲੀ ਗੱਲ ਇਹ ਕਿ ਕੋਵਿਡ ਸੀ ਨਾ ਪਿਛਲੇ ਸਮੇਂ ਦੇ ਵਿੱਚ, ਮੇਰੇ ਲਈ ਵੈਸੇ ਇਹ ਹੈਰਾਨੀ ਦਾ ਵਿਸ਼ਾ ਸੀ ਕਿ ਕੋਵਿਡ ਦੇ ਵਿੱਚ ਤਾਂ ਲੋਕਾਂ ਨੂੰ ਰੋਟੀ ਦਾ ਰੌਲਾ ਸੀ, ਨੌਕਰੀਆਂ ਦਾ ਰੌਲਾ ਸੀ, ਵੈਕਸੀਨੇਸ਼ਨ ਦਾ ਰੌਲਾ ਸੀ ਕਿ ਅਸੀਂ ਇੱਕ ਦੂਜੇ ਦੇ ਘਰ ਕਦੋਂ ਜਾਣ ਲੱਗਾਂਗੇ। ਉਹਦੇ ਵਿੱਚ ਕੀ ਸਰਕਾਰ ਦੇ ਲਈ ਇਹ ਬਹੁਤ ਜ਼ਰੂਰੀ ਸੀ ਕਿ ਆਪਾਂ ਇੱਧਰਲੇ ਪਾਸੇ ਨੂੰ ਤੁਰਨਾ, ਕਿਉਂਕਿ ਮੁੱਦਾ ਬਹੁਤ ਅਹਿਮ ਹੈ, ਤੁਰਨਾ ਇੱਧਰ ਨੂੰ ਚਾਹੀਦਾ ਸੀ। ਪਰ ਮੈਨੂੰ ਐਂ ਲੱਗਦਾ ਕਿ ਜੇ ਤੁਸੀਂ ਚਾਹੁੰਦੇ, ਸਰਕਾਰ ਵਾਲੇ ਚਾਹੁੰਦੇ ਤੇ ਇਹਨੂੰ ਹਾਲ ਦੀ ਘੜੀ ਦੱਬ ਕੇ ਵੀ ਰੱਖ ਸਕਦੇ ਸੀ, ਕੋਈ ਐਡੀ ਬੇਲਣੇ 'ਚ ਬਾਂਹ ਨਹੀਂ ਸੀ ਆਈ, ਆਪਾਂ ਪੰਜਾਬੀ 'ਚ ਕਹੀਏ। ਸਰਕਾਰ ਇਹਨੂੰ ਇੰਨੀ ਇੰਪੋਰਟੈਂਸ ਕਿਉਂ ਦੇ ਰਹੀ ਹੈ ਕਿ ਇੰਨੇ ਸਿਰ ਦੇ ਲੋਕ ਸਰਕਾਰ 'ਚ ਬੈਠੇ ਨੇ ਇਸ ਲਈ? ਜੀ ਬਿਲਕੁਲ, ਜਿਹੜਾ ਐਂਟੀ ਰੇਸਿਜ਼ਮ ਦੀ ਗੱਲ ਕਰਨੀ, ਆਈ ਥਿੰਕ ਕਿ ਜਿਹੜੀਆਂ ਸਰਕਾਰਾਂ ਹੈਗੀਆਂ ਉਹਨਾਂ ਦਾ ਨੈਤਿਕ ਜ਼ਿੰਮੇਵਾਰੀ ਹੈ ਰੇਸਿਜ਼ਮ ਨੂੰ ਟੈਕਲ ਕਰਨਾ। ਤੇ ਜਦ ਵੀ ਤੁਸੀਂ ਕਿਸੇ ਵੀ ਪੋਲੀਟੀਸ਼ੀਅਨ ਤੋਂ ਸੁਣੋਗੇ, ਉਹ ਕਹੇਗਾ ਕਿ ਇਹ ਜਿਹੜਾ ਬ੍ਰਿਟਿਸ਼ ਕੋਲੰਬੀਆ ਹੈ, ਬੇਸ਼ੱਕ ਉਹ ਕੈਨੇਡਾ ਦਾ ਮੁਲਕ ਹੈਗਾ, ਸਾਰਿਆਂ ਲਈ ਬਰਾਬਰ ਹੈਗਾ। ਥਿਊਰੀ ਲਈ ਕਹਿਣਾ ਬਹੁਤ ਸੌਖਾ ਹੈ ਔਰ ਸਾਰੇ ਪੋਲੀਟੀਸ਼ੀਅਨਸ ਇਹ ਗੱਲ ਕਹਿਣਗੇ, ਪਰ ਉਹ ਰਿਐਲਿਟੀ ਵਿੱਚ ਉਹ ਗੱਲ ਹੈਗੀ ਹੈ ਕਿ ਨਹੀਂ ਹੈਗੀ। ਇਹ ਵੀ ਚੀਜ਼ਾਂ ਤੋਂ ਉਹ ਜਾਣੂ ਹੈ ਕਿ ਇਹ ਚੀਜ਼ ਹੋ ਨਹੀਂ ਰਹੀ ਹੈ। ਕਹਿ ਦੇਣ ਨਾਲ ਸਿਰਫ ਗੱਲ ਨਹੀਂ ਬਣੇਗੀ, ਸਾਨੂੰ ਕੰਕਰੀਟ ਐਕਸ਼ਨਸ ਲੈਣੇ ਪੈਣਗੇ। ਤੇ ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਜਦੋਂ 2020 ਦੀ ਇਲੈਕਸ਼ਨ ਆਈ ਤੇ ਜਿਹੜੇ ਪ੍ਰੀਮੀਅਰ ਹਾਰਗਨ ਨੇ ਜਦ ਮੈਨੂੰ ਇੱਕ ਪਾਰਲੀਮੈਂਟਰੀ ਸਕੱਤਰ ਦਾ ਜਿਹੜਾ ਇੱਕ ਜ਼ਿੰਮੇਵਾਰੀ ਦਿੱਤੀ, ਉਹਦੇ ਲਈ ਉਹਨਾਂ ਨੇ ਨਾਲ ਕਿਹਾ ਕਿ ਐਂਟੀ ਰੇਸਿਜ਼ਮ ਤੇ ਕੰਮ ਕੀਤਾ ਜਾਵੇ। ਉਹਦੇ ਲਈ ਅਸੀਂ ਕਈ ਪਿਛਲੇ ਸਾਲਾਂ ਤੋਂ ਮੂਵਮੈਂਟਸ ਦੇਖ ਰਹੇ ਸੀ। ਬਲੈਕ ਲਾਈਵਸ ਮੈਟਰ ਦੀ ਮੂਵਮੈਂਟ ਆਈ, ਜਾਰਜ ਫਲੋਇਡ ਦਾ ਜਿਹੜਾ ਕਤਲ ਹੋਣਾ ਅਮਰੀਕਾ ਦੇ ਵਿੱਚ, ਉਹਨੇ ਕਾਫੀ ਜ਼ਿਆਦਾ ਅਸਰ ਪਾਇਆ ਸਾਡੀ ਸੋਚ ਉੱਤੇ ਵੀ, ਸਾਡੀ ਕੌਨਸ਼ੀਅਸ ਦੇ ਉੱਤੇ। ਔਰ ਇੰਡੀਜਨਸ ਭਾਈਚਾਰੇ ਦੀਆਂ ਜਿਹੜੀਆਂ ਮੂਵਮੈਂਟਸ ਆਈਆਂ, ਸਾਰਿਆਂ ਨੇ ਇੱਕ ਲੋੜ ਮਹਿਸੂਸ ਕਰ ਦਿੱਤੀ, ਫੋਰ ਫਰੰਟ 'ਤੇ ਲਿਆ ਦਿੱਤੇ ਇਹ ਮੁੱਦੇ ਜਿਹੜੇ ਪਹਿਲਾਂ ਕਿਤੇ ਨਾ ਕਿਤੇ ਅਖਬਾਰਾਂ ਦੇ ਚੌਥੇ ਪੰਜਵੇਂ ਪੰਨਿਆਂ 'ਤੇ ਹੀ ਰਹਿ ਕੇ ਖਤਮ ਹੋ ਜਾਂਦੇ, ਛੱਡੇ ਜਾਂਦੇ ਸੀਗੇ। ਦੇ ਕੇਮ ਟੂ ਦਾ ਫੋਰ ਫਰੰਟ ਐਂਡ ਉਹਦੇ ਲਈ ਮੈਂ ਬਹੁਤ ਜ਼ਿਆਦਾ ਆਈ ਥਿੰਕ ਕ੍ਰੈਡਿਟ ਦਊਂਗੀ ਕਿ ਜਿਹੜੇ ਇੰਨੇ ਐਕਟਿਵਿਸਟ ਹੈਗੇ ਹੈ ਜਿਨ੍ਹਾਂ ਨੇ ਇਹ ਆਵਾਜ਼ ਬੁਲੰਦ ਕੀਤੀ, ਉਹਨਾਂ ਨੇ ਮਜਬੂਰ ਕੀਤਾ ਸਰਕਾਰਾਂ ਨੂੰ ਵੀ ਇਹਨੂੰ ਇੱਕ ਪ੍ਰਾਇੋਰਟੀ ਬਣਾਉਣ ਲਈ। ਔਰ NDP ਦੀ ਸਰਕਾਰ ਜਿਹੜੀ ਸਾਡੀ ਸਰਕਾਰ ਹੈ, ਅਸੀਂ ਕਹਿੰਦੇ ਹਾਂ ਕਿ ਵਨ ਆਫ ਦਾ ਮੋਸਟ ਪ੍ਰੋਗਰੈਸਿਵ ਸਰਕਾਰ ਹੈਗੀ ਕੈਨੇਡਾ ਦੇ ਵਿੱਚ। ਤੇ ਜੇ ਇਹ ਇਸ ਚੀਜ਼ ਨੂੰ ਇੱਕ ਪ੍ਰਾਇੋਰਟੀ ਨਹੀਂ ਬਣਾਉਣਗੇ ਤੇ ਵੀ ਡੋਂਟ ਐਕਸਪੈਕਟ ਕਿ ਹੋਰ ਕੋਈ ਬਣਾਏਗਾ। ਠੀਕ ਹੈ ਜੀ। ਰਚਨਾ ਸਿੰਘ ਜੀ, ਹੁਣ ਇੱਕ ਗੱਲ ਦੱਸਿਓ ਕਿ ਰੰਗ ਦੇ ਆਧਾਰ ਦੇ ਉੱਤੇ ਜਿਹੜਾ ਵਿਤਕਰਾ ਹੁੰਦਾ, ਕਿਉਂਕਿ ਜਦੋਂ ਤੁਸੀਂ ਮੂਲ ਨਿਵਾਸੀਆਂ ਦੀ ਗੱਲ ਕਰਦੇ ਹੋ ਤਾਂ ਆ ਪਿੱਛੇ ਜਿਹੇ ਜਿਹੜੇ ਬੱਚਿਆਂ ਦੇ ਸਕੂਲ, ਜਿਹੜੇ ਰੈਜ਼ੀਡੈਂਸ਼ੀਅਲ ਸਕੂਲ ਸੀ, ਉਹਨਾਂ ਦੇ ਵਿੱਚ ਨੇੜਿਓਂ ਜਿਸ ਤਰੀਕੇ ਉਹਨਾਂ ਦੇ ਕੰਕਾਲ ਲਾ ਲਓ, ਅਸਥੀਆਂ ਲਾ ਲਓ, ਆਪਾਂ ਕੋਈ ਵੀ ਸ਼ਬਦ ਵਰਤ ਲਈਏ, ਉਦੋਂ ਰੋਣਾ ਆਉਂਦਾ ਸੀ ਤੇ ਇਹ ਲੱਗਦਾ ਸੀ ਕਿ ਭਾਈ ਕਿੱਡਾ ਵੱਡਾ ਅਸੀਂ ਇੱਕ ਅਜੀਬ ਕਿਸਮ ਦਾ ਇਤਿਹਾਸ ਆਪਣੇ ਪੈਰਾਂ ਥੱਲੇ ਦੱਬ ਕੇ ਬੈਠੇ। ਉਹਦੇ ਤੋਂ ਬਾਅਦ ਇਹ ਮੁੱਦਾ ਸਾਰੀ ਦੁਨੀਆ ਦੇ ਵਿੱਚ ਹੀ ਛਾਇਆ ਰਿਹਾ। ਆਰਟੀਕਲ ਆਏ, ਲੋਕਾਂ ਨੂੰ ਥੋੜ੍ਹੀ ਜਿਹੀ ਸਮਝ ਜਿਹੜੀ ਵਿਕਸਿਤ ਹੋਈ। ਮੈਂ ਤਾਂ ਸਗੋਂ ਸਾਰਿਆਂ ਨੂੰ ਇਹ ਵੀ ਬੇਨਤੀ ਕਰਦਾ ਹੁੰਦਾ ਕਿ ਆਪਾਂ ਜਿਹੜੇ ਪੰਜਾਬ ਤੋਂ, ਭਾਰਤ ਤੋਂ ਆਏ ਹਾਂ, ਸਾਨੂੰ ਇਹ ਵੀ ਪੜ੍ਹਨਾ ਚਾਹੀਦਾ ਕਿ ਅਸੀਂ ਕਈ ਵਾਰੀ ਹੁੰਦਾ ਕਿ ਮਿਨੀਮਮ ਵੇਜ ਵਧਣੀ ਚਾਹੀਦੀ ਹੈ। ਉਹਨਾਂ ਮੁੱਦਿਆਂ ਦੇ ਉੱਤੇ ਤਾਂ ਅਸੀਂ ਡਿਸਕਸ ਕਰਦੇ ਹਾਂ, ਐਜੀਟੇਸ਼ਨ ਵੀ ਚੱਲਦੀ ਹੈ, ਪਰ ਸ਼ਾਇਦ ਇਹਨਾਂ ਲੋਕਾਂ ਦੇ ਹੱਕਾਂ ਲਈ ਅਸੀਂ ਉਨੇ ਉੱਭਰ ਕੇ ਸਾਹਮਣੇ ਨਹੀਂ ਆਉਂਦੇ ਜਿੰਨੇ ਆਉਣੇ ਚਾਹੀਦੇ ਆ। ਉਦੋਂ ਵੀ ਜਦੋਂ ਬਹੁਤ ਵੱਡੀ ਪੱਧਰ 'ਤੇ ਚਰਚਾ ਚੱਲਦੀ ਸੀ, ਆਪਣਾ ਭਾਈਚਾਰਾ ਓਨਾ ਖੁੱਲ੍ਹ ਕੇ ਅੱਗੇ ਨਹੀਂ ਆਇਆ ਜਿੰਨਾ ਜਿਹਦੇ ਲਈ ਅਸੀਂ ਜਾਣੇ ਜਾਂਦੇ ਹਾਂ, ਅਸੀਂ ਭਵਿੱਖ 'ਚ ਉਮੀਦ ਕਰਾਂਗੇ। ਹੁਣ ਇਹ ਦੱਸਿਓ ਕਿ ਕਈ ਵਾਰੀ ਇੱਥੇ ਕਰਦੇ ਹੁੰਦੇ ਗੱਲ ਕਿ ਜਦੋਂ ਯਾਰ ਉੱਪਰਲੀਆਂ ਕੁਰਸੀਆਂ ਦੇ ਉੱਤੇ ਜਾਣਾ ਹੁੰਦਾ, ਉਦੋਂ ਕਈ ਵਾਰੀ ਫਿਰ ਆਪਣੇ ਬੰਦਿਆਂ ਨੂੰ ਰੱਖਦੇ ਨਹੀਂ ਕਿ ਕਿਸੇ ਵੱਡੀ ਜੌਬ ਦੇ ਉੱਤੇ ਜਾਣਾ ਹੈ, ਚਾਹੇ ਉਹ ਸਰਕਾਰੀ ਹੈ, ਕਿਸੇ ਵੀ ਤਰ੍ਹਾਂ ਦੀ ਹੈ। ਕੀ ਇਹ ਗੱਲਾਂ ਲੁਕੀਆਂ ਛਿਪੀਆਂ ਅਜੇ ਤੱਕ ਹੈਗੀਆਂ? ਬਿਲਕੁਲ ਹੈਗੀਆਂ। ਔਰ ਉਸੇ ਚੀਜ਼ ਨੂੰ ਅਸੀਂ ਜਦ ਨਾ, ਇੱਕ ਤਾਂ ਡਿਸਕ੍ਰਿਮੀਨੇਸ਼ਨ ਅਸੀਂ ਰੇਸਿਜ਼ਮ ਜਦ ਕਹਿੰਦੇ ਹਾਂ, ਜਦ ਕੋਈ ਨਸਲੀ ਘਟਨਾ ਹੁੰਦੀ ਹੈ, ਸਾਨੂੰ ਕੋਈ ਕਹਿ ਦਿੰਦਾ ਕਿ ਯੂ ਗੋ ਬੈਕ ਟੂ ਯੋਰ ਕੰਟਰੀ ਜਾਂ ਯੂ ਬਰਾਊਨ ਪਰਸਨ ਔਰ ਸਮਥਿੰਗ ਲਾਈਕ ਦੈਟ, ਉਹ ਅਸੀਂ ਤਦ ਸਾਨੂੰ ਲੱਗਦਾ ਕਿ ਕੋਈ ਬੈਡ ਐਪਲਸ ਹੈਗੇ ਸੋਸਾਇਟੀ 'ਚ, ਇਹ ਚੀਜ਼ ਕਹਿ ਰਹੇ ਹੈਗੇ ਹੈ ਤੇ ਉਹਦੇ 'ਤੇ ਰੋਕਥਾਮ ਹੋਣੀ ਚਾਹੀਦੀ ਹੈ, ਪੈਨਲਟੀਜ਼ ਹੋਣੀਆਂ ਚਾਹੀਦੀਆਂ, ਵਿਚ ਸ਼ੁੱਡ ਬੀ ਹੈਪਨਿੰਗ।
ਪਰ ਇਹ ਕਿ ਜਿਹੜਾ ਸਿਸਟਮ ਦੇ ਵਿੱਚ ਇੰਪੈਡਡ ਹੈਗਾ, ਕਿਉਂਕਿ ਇੰਨੇ ਸਾਲਾਂ ਤੋਂ ਰੇਸਿਜ਼ਮ ਅਸੀਂ ਲੋਕ ਹੰਢਾ ਰਹੇ ਹਾਂ, ਮੂਲਵਾਸੀ ਲੋਕ ਹੰਢਾ ਰਹੇ ਹਾਂ, ਤੇ ਉਹ ਸਿਸਟਮਸ 'ਚ ਵੀ ਵੜ ਚੁੱਕਿਆ। ਉਹ ਡਿਸਕ੍ਰਿਮੀਨੇਸ਼ਨ, ਉਹ ਜਿਹੜੀ ਸੋਚ ਹੈ ਉਹ ਸਿਸਟਮਸ ਦੇ ਵਿੱਚ ਹੈਗੀ, ਔਰ ਉਹਨੂੰ ਕੁਰੇਦਣਾ, ਉਹਦੇ ਬਾਰੇ ਗੱਲ ਕਰਨਾ ਜ਼ਿਆਦਾ ਡਿਫਿਕਲਟ ਹੈਗਾ। ਕੋਈ ਇੱਕ ਹਿੰਸਾ ਦਾ ਜਦ ਸਾਨੂੰ ਇਨਸੀਡੈਂਟ ਆਉਂਦਾ ਹੈ, ਅਸੀਂ ਉਹਦੇ ਉੱਤੇ ਕਾਫੀ ਚਰਚਾ ਵੀ ਹੋ ਜਾਂਦੀ ਹੈ। ਅਸੀਂ ਜਿਹੜਾ ਏਸ਼ੀਅਨ ਭਾਈਚਾਰੇ ਦੇ ਉੱਤੇ ਹੁਣ ਜਿਹੜਾ ਅਸੀਂ ਕੋਵਿਡ ਦੇ ਦੌਰਾਨ ਰੇਸਿਜ਼ਮ ਦੇਖਿਆ, ਕਹਿੰਦੇ ਕਿ ਜਿਹੜਾ ਬ੍ਰਿਟਿਸ਼ ਕੋਲੰਬੀਆ ਤੇ 700% ਰੇਸਿਜ਼ਮ ਵਧਿਆ ਉਹਨਾਂ ਲੋਕਾਂ ਦੇ ਖਿਲਾਫ। ਤੇ ਇਹ ਰੇਸਿਜ਼ਮ ਕੋਈ ਇੱਕ ਦਿਨ ਵਿੱਚ ਨਹੀਂ ਆ ਗਿਆ ਜਾਂ ਕੋਵਿਡ ਨੇ ਨਹੀਂ ਲਿਆਇਆ, ਕਿਉਂਕਿ ਉਹ ਸਿਸਟਮ ਦੇ ਵਿੱਚ ਹੀ ਵੜਿਆ ਹੋਇਆ ਸੀ, ਸਾਡੀ ਸੋਚਣੀ ਵਿੱਚ ਇੰਨਾ ਵੜਿਆ ਹੋਇਆ ਸੀਗਾ ਕਿ ਉਹਦਾ ਇੱਕ ਨੰਗਾ ਚਿੱਟਾ ਰੂਪ ਸਾਨੂੰ ਸਾਹਮਣੇ ਨਜ਼ਰ ਆਇਆ। ਔਰ ਉਹੀ ਹੈ ਕਿ ਜਿਹੜਾ ਇੱਕ ਬੈਰੀਅਰਸ ਕ੍ਰੀਏਟ ਕਰਦਾ ਸਿਸਟਮ। ਤੁਸੀਂ ਨੌਕਰੀਆਂ ਦੀ ਗੱਲ ਕੀਤੀ ਹੈ, ਅਸੀਂ ਸਾਰੇ ਇਮੀਗ੍ਰੈਂਟ ਆਏ ਹੈਗੇ ਆ, ਅਸੀਂ ਜਦ ਆਉਂਦੇ ਹਾਂ ਇੱਥੇ ਆ ਕੇ ਬਹੁਤ ਪੜ੍ਹਿਆ ਲਿਖਿਆ ਤਬਕਾ ਵੀ ਸਾਡਾ ਆਇਆ ਹੈ, ਬਹੁਤ ਪੜ੍ਹੇ ਲਿਖੇ ਲੋਕ ਆਏ ਆ ਜਿਹੜੇ ਉੱਥੇ ਡਾਕਟਰ, ਇੰਜੀਨੀਅਰ ਔਰ ਬਹੁਤ ਵਧੀਆ ਵਧੀਆ ਕੰਮ ਕਰਦੇ ਆਏ। ਇੱਥੇ ਆ ਕੇ ਸਾਨੂੰ ਉਹਨਾਂ ਨੂੰ ਸਕ੍ਰੈਚ ਤੋਂ ਪ੍ਰੂਵ ਕਰਨਾ ਪੈਂਦਾ ਹੈ ਕਿ ਉਹ ਕਿਸੇ ਚੀਜ਼ ਦੇ ਕਾਬਲ ਹੈ। ਪਹਿਲਾਂ ਤਾਂ ਉਹ ਪ੍ਰੂਵ ਕਰਨ 'ਚ ਕਿੰਨੇ ਸਾਲ ਨਿਕਲ ਜਾਂਦੇ, ਫਿਰ ਉਹ ਪ੍ਰੂਵ ਕਰਦੇ ਕਰਦੇ ਉਹ ਇੰਨੇ ਕਈ ਵਾਰ ਥੱਕ ਜਾਂਦੇ ਆ ਕਿ ਉਹ ਕਹਿੰਦੇ ਕਿ ਰਾਦਰ ਦੈਨ ਮੈਂ ਰੀਅਲ ਏਸਟੇਟ ਕਰ ਲਵਾਂ ਜਾਂ ਮੈਂ ਟੈਕਸੀ ਚਲਾ ਲਵਾਂ। ਸੋ ਕਿਉਂਕਿ ਉਹਨਾਂ ਨੇ ਰੋਜ਼ੀ ਰੋਟੀ ਵੀ ਕਮਾਉਣੀ। ਸੋ ਦਿਸ ਆਈ ਥਿੰਕ ਕਿ ਇਹ ਚੀਜ਼ ਅਸੀਂ ਬਹੁਤ ਘੱਟ ਡਿਸਕਸ ਕੀਤੀ ਹੈ ਕਿ ਬੈਰੀਅਰ ਸੁਸਾਇਟੀ ਕਿਵੇਂ ਸਾਡੇ ਲਈ ਕ੍ਰੀਏਟ ਕਰ ਰਹੀ ਹੈ, ਸਿਸਟਮ ਕਿਵੇਂ ਲਈ ਕ੍ਰੀਏਟ ਕਰ ਰਿਹਾ, ਔਰ ਜਿਹੜੀ ਸਟੇਟ ਹੈ, ਜਿਹੜਾ ਗਵਰਨਮੈਂਟ ਜਿਹਦਾ ਹਿੱਸਾ ਹੈਗੀ ਹੈ, ਉਹ ਕਿਵੇਂ ਕ੍ਰੀਏਟ ਕਰੇ। ਠੀਕ ਹੈ ਜੀ। ਮੈਂ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਦੱਸਦੇ ਹਾਂ ਕਿ ਰਚਨਾ ਸਿੰਘ MLA ਸਰੀ ਗ੍ਰੀਨ ਟਿੰਬਰ ਤੋਂ ਜਿੱਤੇ ਨੇ, ਉਹਦੇ ਤੋਂ ਬਾਅਦ ਸੰਸਦੀ ਸਕੱਤਰ ਬਣੇ ਨੇ। ਐਂਟੀ ਰੇਸਿਜ਼ਮ ਵਾਲਾ ਮਹਿਕਮਾ ਜਿਹੜਾ ਇਹਨਾਂ ਨੂੰ ਸੰਸਦੀ ਸਕੱਤਰ ਹੋਣ ਦੇ ਨਾਤੇ ਕਿ ਇਸ ਮੁੱਦੇ ਦੇ ਉੱਤੇ ਕੰਮ ਕੀਤਾ ਜਾਵੇ ਮਿਲਿਆ, ਤੇ ਹੁਣ ਮਸਲਾ ਵਿਧਾਨ ਸਭਾ ਪਾਰਲੀਮੈਂਟ ਦੇ ਵਿੱਚ ਗਿਆ ਤੇ ਉਹਦੇ 'ਚ ਕਿਵੇਂ ਗਿਆ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਦੀ ਪਹਿਲਾਂ ਪਹਿਚਾਣ ਕਰਨੀ ਜ਼ਰੂਰੀ ਹੁੰਦੀ ਹੈ ਕਿ ਕਹਾਣੀ ਕਿੱਥੇ ਗਈ ਹੈ। ਹਾਲਾਂਕਿ ਜੇ ਕੈਨੇਡਾ ਤੋਂ ਬਾਹਰ ਬੈਠਾ ਕੋਈ ਸੱਜਣ ਦੇਖਦਾ ਹੈ ਜਾਂ ਇੱਥੇ ਨਵੇਂ ਆਏ ਹੋ, ਚਾਹੇ ਸਟੂਡੈਂਟ ਹੋ, ਚਾਹੇ ਵਰਕ ਪਰਮਿਟ 'ਤੇ ਹੋ ਜਾਂ ਸਿੱਧੇ PR ਆਏ ਹੋ ਸਕਦਾ ਕਿ ਇਹ ਗੱਲ ਨਵੀਂ ਲੱਗੇ, ਕਿਵੇਂ ਹੋ ਸਕਦਾ ਕੈਨੇਡਾ ਦੇ ਵਿੱਚ, ਪਰ ਨਹੀਂ। ਹਸਪੀਟਲ ਦੇ ਵਿੱਚ ਜਾਓ, ਬਹੁਤ ਸਾਰੇ ਲੋਕ ਚੰਗੇ ਨੇ, ਬੜੇ ਚੰਗੇ ਲੋਕਾਂ ਦੀ ਕੋਈ ਕਮੀ ਨਹੀਂ, ਪਰ ਵਿੱਚ ਵਿਚਾਲੇ ਜਿੱਦਾਂ ਇਹਨਾਂ ਨੇ ਕਿਹਾ ਕਿ ਕੋਈ ਨਾ ਕੋਈ ਅਨਸਰ ਇੱਦਾਂ ਦਾ ਹੁੰਦਾ ਜਿਹਦੇ ਦਿਮਾਗ ਦੇ ਵਿੱਚ ਉਹ ਚੀਜ਼ਾਂ ਚੱਲਦੀਆਂ ਕਿ ਭਾਈ ਇਹਦੇ ਨਾਲ ਠੀਕ ਵਿਹਾਰ ਕਰਨਾ, ਇਹਦੇ ਨਾਲ ਨਹੀਂ। ਵੱਡੀਆਂ ਜਿਹੜੀਆਂ ਉੱਪਰਲੀਆਂ ਨੌਕਰੀਆਂ ਨੇ, ਬੇਸਿਕ ਨਹੀਂ, ਉੱਥੇ ਵੀ ਕਿਤੇ ਨਾ ਕਿਤੇ ਗੱਲ ਚੱਲਦੀ ਹੁੰਦੀ ਹੈ। ਮੈਡਮ ਹੁਣ ਤੁਸੀਂ ਇਹ ਦੱਸਿਓ ਪਹਿਚਾਣ ਕਿੱਦਾਂ ਕੀਤੀ, ਜਾਣੀ ਕਿ ਕਿਸ ਪੱਧਰ ਦੇ ਉੱਤੇ, ਕਿਉਂਕਿ ਇਹ ਚੀਜ਼ ਹੈਗੀ ਗੋਲ ਜਿਹੀ, ਇਹਨੂੰ ਠੀਕ ਨਿਰਧਾਰਿਤ ਨਹੀਂ ਕੀਤਾ ਜਾ ਸਕਦਾ ਕਿ 1 ਆ 7 ਆ ਕਿ 10 ਆ। ਉਹਦੇ ਲਈ ਫਿਰ ਸਰਕਾਰ ਨੇ ਐਕਟ ਲਿਆਉਣ ਤੋਂ ਪਹਿਲਾਂ ਪ੍ਰਕਿਰਿਆ ਕੀ ਅਪਣਾਈ, ਕੀ ਲੋਕਾਂ ਤੱਕ ਪਹੁੰਚ ਕੀਤੀ ਕਿ ਜੋ ਜਿੰਨਾ ਕੁ ਪਤਾ ਸੀ ਉਹਦੇ ਹਿਸਾਬ ਨਾਲ ਤੋਰ ਦਿੱਤਾ ਕੰਮ ਅੱਗੇ? ਜੀ, ਜਿਹੜਾ ਕਲੋਨੀਅਲ ਸਟਰਕਚਰਸ ਹੈਗੇ ਭਾਜੀ, ਉਹ ਤਾਂ ਇੰਝ ਹੈਗਾ ਕਿ ਅਸੀਂ ਆਪਣਾ ਕੁਝ ਫੈਸਲਾ ਕੀਤਾ, ਅਸੀਂ ਲੋਕਾਂ ਤੇ ਇੰਪੋਜ਼ ਕਰਤਾ ਜੀ। ਔਰ ਪਹਿਲਾਂ ਇਹੀ ਹੁੰਦਾ ਰਿਹਾ ਕਿ ਜਦ ਵੀ ਰੇਸਿਜ਼ਮ ਦੀ ਵੀ ਗੱਲ ਕੀਤੀ ਤੇ ਸਰਕਾਰਾਂ ਨੇ ਕਿਹਾ ਕਿ ਅਸੀਂ ਦੱਸਾਂਗੇ ਤੁਹਾਨੂੰ ਰੇਸਿਜ਼ਮ ਕਿਵੇਂ ਹੁੰਦਾ ਤੇ ਰੇਸਿਜ਼ਮ ਦਾ ਕਿਵੇਂ ਟੈਕਲ ਕਰਨਾ ਜੀ। ਔਰ ਜਿਹੜੀ ਇਹਦੇ ਵਿੱਚ ਜਿਹੜਾ ਐਕਟ, ਜਿਹੜਾ ਐਂਟੀ ਰੇਸਿਜ਼ਮ ਡੇਟਾ ਐਕਟ ਸਾਡਾ ਜਿਹੜਾ ਆਇਆ, ਉਹਦੀ ਇੱਕ ਜਿਹੜੀ ਖਾਸੀਅਤ ਇਹ ਰਹੀ ਹੈਗੀ ਕਿ ਅਸੀਂ ਲੋਕਾਂ ਨੂੰ ਨਾਲ ਰੱਖ ਕੇ ਹਰ ਪੜਾਅ 'ਤੇ ਉਹਨਾਂ ਨੂੰ ਨਾਲ ਰੱਖ ਕੇ ਇਸ ਐਕਟ ਦੀ ਇੰਟਰੋਡਕਸ਼ਨ ਕੀਤੀ। ਔਰ ਉਹਦੀ ਜਿਹੜੀਆਂ ਕੰਸਲਟੇਸ਼ਨ ਸੀਗੀਆਂ ਪਿਛਲੇ 15 ਮਹੀਨੇ ਪਹਿਲਾਂ ਸ਼ੁਰੂ ਹੋ ਗਈਆਂ ਸੀਗੀਆਂ। ਉਹ ਕਮਿਊਨਿਟੀਜ਼ ਦੇ ਨਾਲ ਅਸੀਂ ਆਪਣਾ ਰਾਬਤਾ ਬਣਾ ਲਿਆ ਸੀਗਾ, ਕਿਉਂਕਿ ਇੱਕ ਟਰਸਟ ਵੀ ਬ੍ਰੇਕ ਹੋਇਆ ਸੀਗਾ, ਇੱਕ ਜਿਹੜਾ ਵਿਸ਼ਵਾਸ ਸੀਗਾ ਸਰਕਾਰਾਂ ਦੇ ਨਾਲ, ਜਿਹੜੀ ਸਰਕਾਰਾਂ ਤੋਂ ਉਮੀਦ ਸੀਗੀ, ਜਿਹੜੀ ਉਹ ਕਿੰਨੀ ਵਾਰ ਲੋਕੀ, ਬੇਸ਼ੱਕ ਉਹ ਸਿਆਹ ਨਸਲ ਦੇ ਲੋਕ ਸੀ, ਇੰਡੀਜਨਸ ਜਾਂ ਸਾਡਾ ਭਾਈਚਾਰਾ ਵੀ ਉਹਨਾਂ ਨਾਲ ਗੱਲ ਕਰਦਾ ਸੀਗਾ, ਔਰ ਜਿਹੜੀਆਂ ਉਹ ਚੇਂਜਸ ਐਕਸਪੈਕਟ ਕਰ ਰਿਹਾ ਸੀਗਾ ਉਹ ਨਹੀਂ ਹੋ ਰਹੀਆਂ ਸੀ। ਤੇ ਅਸੀਂ ਉਹਨਾਂ ਨਾਲ ਪਹਿਲਾਂ ਤਾਂ ਪ੍ਰੀ ਕੰਸਲਟੇਸ਼ਨਸ ਕੀਤੀਆਂ, ਫਿਰ ਜਦ ਫਾਰਮਲ ਕੰਸਲਟੇਸ਼ਨ ਤੇ ਨੂੰ ਲੈ ਕੇ ਆਏ ਅਕਤੂਬਰ 2021 ਦੇ ਵਿੱਚ, ਤੇ ਅਸੀਂ ਇਹ ਹਰ ਵਰਗ ਦੇ ਲੋਕਾਂ ਨੂੰ, ਹਰ ਤਰ੍ਹਾਂ ਦੀ ਕਮਿਊਨਿਟੀਜ਼ ਨੂੰ ਕਿਹਾ ਕਿ ਤੁਸੀਂ ਇਹਦੇ ਵਿੱਚ ਸ਼ਰੀਕ ਹੋਵੋ, ਤੁਸੀਂ ਇਹ ਕੰਸਲਟੇਸ਼ਨਸ ਲੀਡ ਕਰੋ। ਬੇਸ਼ੱਕ ਉਹ ਸਾਊਥ ਏਸ਼ੀਅਨ ਸਾਡਾ ਭਾਈਚਾਰਾ ਸੀ, ਸਾਡਾ ਪੰਜਾਬੀ ਭਾਈਚਾਰਾ, ਉਹਦੇ 'ਚ ਵੀ ਬਹੁਤ ਜ਼ਿਆਦਾ ਡਾਇਵਰਸਿਟੀ ਹੈਗੀ, ਉਹਦੇ 'ਚ ਮੁਸਲਿਮ ਭਾਈਚਾਰਾ ਵੀ ਹੈ, ਹਿੰਦੂ ਭਾਈਚਾਰਾ ਵੀ ਹੈ, ਸਿੱਖ ਭਾਈਚਾਰਾ। ਮੈਂ 1 ਮਿੰਟ ਲਈ ਰੋਕਣ ਲੱਗਿਆ, ਇਤਰਾਜ਼ ਹੀ ਹੈ ਇੱਕ, ਉਹ ਇਹ ਹੈ ਕਿ ਤੁਸੀਂ ਆਪ ਬੰਦਿਆਂ ਨੂੰ, ਕਿਉਂਕਿ ਆਮ ਬੰਦੇ ਨਾਲ ਵਿਤਕਰਾ ਹੁੰਦਾ, MLA ਨਾਲ ਤਾਂ ਹੋਣਾ ਨਹੀਂ, ਠੀਕ ਹੈ ਜੀ, ਤੁਸੀਂ ਆਪ ਚੁਣ ਲੈਂਦੇ ਆ, ਤੂੰ ਦੱਸਦੇ ਜਾਂ ਇਹਨਾਂ 10 ਬੰਦਿਆਂ ਤੋਂ ਪੁੱਛ ਲਈਏ ਜਾਂ 20 ਤੋਂ ਪੁੱਛ ਲਈਏ, ਜਾਂ ਸਰਕਾਰ ਨੇ ਖੁੱਲਾ ਮੌਕਾ ਦਿੱਤਾ ਕਿਸੇ ਨੂੰ ਕਿ ਭਾਈ ਤੁਸੀਂ ਆਪ ਦੀ ਗੱਲ ਰੱਖ ਸਕਦੇ ਹੋ, ਜਿਹੜਾ ਬੰਦਾ ਅੱਜ ਤੱਕ ਚੁੱਪ ਬੈਠਾ ਸੀ? ਬਿਲਕੁਲ ਜੀ, ਬਿਲਕੁਲ ਹੈ, ਓਪਨ ਸੀਗੀ ਇਨਵਾਈਟ ਐਵਰੀਬਾਡੀ, ਇਟ ਵਾਸ ਮੇਡ ਪਬਲਿਕ। ਤੇ ਉਹਦੇ ਲਈ ਅਸੀਂ ਸਰਵੇ ਵੀ ਤਿਆਰ ਕੀਤਾ, ਜਿਹੜਾ ਕਿ ਆਨਲਾਈਨ ਸਰਵੇ ਸੀਗਾ, ਜਿਹੜਾ ਹਰ ਕੋਈ ਭਰ ਸਕਦਾ ਸੀਗਾ। ਉਹ ਸਿਰਫ ਜਿਹੜੇ ਰੰਗਦਾਰ ਲੋਕੀ ਸੀ ਉਹਨਾਂ ਲਈ ਨਹੀਂ ਸੀਗਾ, ਸਾਰੀ ਕਮਿਊਨਿਟੀਜ਼ ਲਈ ਸੀਗਾ, ਅਬਾਊਟ देयर ਐਕਸਪੀਰੀਅੰਸ ਵਿਦ ਦ ਗਵਰਨਮੈਂਟ ਸਰਵਿਸਿਜ਼। ਤੇ ਉਹਦੇ ਵਿੱਚ ਇਹ ਜਿਹੜੀ ਇੱਕ ਸਰਵੇ 14 ਲੈਂਗੁਏਜਿਸ 'ਚ ਅਸੀਂ ਟਰਾਂਸਲੇਟ ਕੀਤਾ, ਜਿਹਦੇ 'ਚ ਸਾਨੂੰ ਬਹੁਤ ਜ਼ਿਆਦਾ ਹੁੰਗਾਰਾ ਮਿਲਿਆ ਉਸ ਸਰਵੇ ਦਾ, ਬਹੁਤ ਲੋਕਾਂ ਨੇ ਉਹਦੇ 'ਚ ਸ਼ਮੂਲੀਅਤ ਕੀਤੀ। ਨਾਲ ਹੀ ਅਸੀਂ ਜਿਹੜੀ ਕੰਸਲਟੇਸ਼ਨ ਸੀਗੀਆਂ, ਜਿਹਦੇ ਲਈ ਫੰਡਿੰਗ ਲਈ ਵੀ ਅਸੀਂ ਫੰਡਿੰਗ ਵੀ ਸਿਕਿਉਰ ਕੀਤੀ ਉਹਦੇ ਲਈ, ਤੇ ਉਹਦੇ ਵਿੱਚ ਰੰਗਦਾਰ ਲੋਕਾਂ ਨੇ ਆਪਣੀਆਂ ਕੰਸਲਟੇਸ਼ਨਸ ਕੀਤੀਆਂ, ਇੰਡੀਜਨਸ ਭਾਈਚਾਰੇ ਨੇ ਕੀਤੀਆਂ, ਮੇਟੀ ਭਾਈਚਾਰੇ ਨੇ ਕੀਤੀਆਂ, ਸਿਆਹ ਨਸਲ ਦੇ ਲੋਕਾਂ ਨੇ ਵੀ ਕੀਤੀਆਂ। 470 ਆਰਗੇਨਾਈਜੇਸ਼ਨਸ ਨੇ
470 ਸੈਸ਼ਨਸ ਹੋਏ ਉਸ ਕੰਸਲਟੇਸ਼ਨ। 470 ਹਾਂਜੀ, ਠੀਕ ਹੈ ਜੀ। ਤੇ ਉਹਦੇ ਚ 13,000 ਤੋਂ ਵੱਧ ਲੋਕਾਂ ਨੇ ਦੀ ਪੂਰੀ ਪਾਰਟਿਸਿਪੇਸ਼ਨ ਸੀਗੀ, ਜਿਹਦੇ ਵਿੱਚ ਉਹਨਾਂ ਨੇ ਸਾਨੂੰ ਦੱਸਿਆ ਕਿ ਇਸ ਲੈਜਿਸਲੇਸ਼ਨ ਦੀ ਲੋੜ ਕਿਉਂ ਹੈਗੀ ਹੈ, ਤੇ ਜਦ ਤੁਸੀਂ ਇਹ ਲੈਜਿਸਲੇਸ਼ਨ ਲੈ ਕੇ ਆਉਣਾ ਹੈ ਤੇ ਉਹਦੇ ਵਿੱਚ ਕਿਹੜੀ ਕਿਹੜੀ ਚੀਜ਼ਾਂ ਦਾ ਸਰਕਾਰ ਨੂੰ ਧਿਆਨ ਰੱਖਣਾ ਪਏਗਾ। ਠੀਕ ਹੈ। ਸੋ ਇਟ ਵਾਸ ਉਹਨੇ ਫਰੇਮਵਰਕ ਤਿਆਰ ਕੀਤਾ ਸਾਡੇ ਲੈਜਿਸਲੇਸ਼ਨ ਦਾ, ਜਿਹੜਾ 2 ਮਈ ਨੂੰ ਇੰਟਰੋਡਿਊਸ ਹੋਇਆ ਲੈਜਿਸਲੇਚਰ ਦੇ ਵਿੱਚ। ਉਹਦੇ ਵਿੱਚ ਸਾਰੀਆਂ ਚੀਜ਼ਾਂ ਉਹਨਾਂ ਨੇ ਦੱਸਿਆ, ਉਹਨਾਂ ਨੇ ਕਿਹਾ ਹਾਂ ਲੋੜ ਹੈਗੀ ਹੈ, ਤੁਸੀਂ ਮੇਅਰ ਕਰੋ ਇਸ ਚੀਜ਼ ਨੂੰ। ਔਰ ਉਹਨਾਂ ਨੇ ਕਈ ਸੈਕਟਰਸ ਵੀ ਗਿਣਾਏ, ਜਿਵੇਂ ਹੈਲਥ ਕੇਅਰ ਦੀ ਗੱਲ ਹੋਈ, ਐਜੂਕੇਸ਼ਨ ਦੀ ਗੱਲ ਹੋਈ, ਪੁਲਿਸਿੰਗ ਦੀ, ਹਾਊਸਿੰਗ ਦੀ ਗੱਲ ਹੋਈ, ਕਿ ਇਹਦੇ ਵਿੱਚ ਇਹ ਆંકੜੇ ਇਕੱਠੇ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ। ਪਰ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਸਾਨੂੰ ਕਿਹਾ ਕਿ ਆંકੜੇ ਇਸ ਤਰ੍ਹਾਂ ਇਕੱਠੇ ਕੀਤੇ ਜਾਣ ਕਿ ਉਸ ਤਰ੍ਹਾਂ ਜਿਹੜੀਆਂ ਕਮਿਊਨਿਟੀਜ਼ ਹੈ ਹੋਰ ਮਾਰਜਨਲਾਈਜ਼ ਨਾ ਹੋਣ, ਹੋਰ ਸਟਿਗਮਾਟਾਈਜ਼ ਨਾ ਹੋਣ, ਉਹਨਾਂ ਨੂੰ ਹੋਰ ਥੱਲੇ ਨਾ ਗੇਰਿਆ ਜਾਵੇ, ਉਹਨਾਂ ਨੂੰ ਉੱਤੇ ਚੱਕਿਆ ਜੀ। ਅੱਛਾ ਰਚਨਾ ਸਿੰਘ ਜੀ, ਮੈਨੂੰ ਇੱਕ ਗੱਲ ਦੱਸਿਓ ਕਿ ਜਦੋਂ ਜੋ ਤੁਹਾਡਾ ਪਹਿਲਾਂ ਸਰਕਾਰ ਦੇ ਵਿੱਚ ਬੈਠੇ ਤੁਹਾਡੀਆਂ ਮੀਟਿੰਗਸ ਆਪਸ ਦੇ ਵਿੱਚ ਹੁੰਦੀਆਂ ਸੀ, ਜੋ ਪਹਿਲਾ ਮਾਈਂਡਸੈਟ ਸੀ ਕਿ ਇੰਨੀ ਕੁ ਸਮੱਸਿਆ ਹੋਣੀ ਹੈ, ਪਰ ਜਦੋਂ ਸਾਰੇ ਭਾਈਚਾਰਿਆਂ ਦੇ ਵਿੱਚੋਂ ਤੁਸੀਂ ਦੱਸਿਆ ਕਿ ਸੈਂਕੜੇ ਜਿਹੜੀਆਂ ਉਹ ਤੁਹਾਡੇ ਮੀਟਿੰਗਸ ਹੋਈਆਂ, ਇਹਦੇ ਤੋਂ ਇਲਾਵਾ ਬਹੁਤ ਸਾਰੀਆਂ ਹੋ ਸਕਦਾ ਕਿ ਜਥੇਬੰਦੀਆਂ ਨੇ ਵੀ ਆਪਣੇ ਸੁਝਾਅ ਦਿੱਤੇ, ਹੁਣ ਕਿਆ ਚੀਜ਼ਾਂ ਨੇ, ਇੰਡੀਵਿਜੂਅਲ ਸੁਝਾਅ ਆਏ, ਫਿਰ ਕੀ ਲੱਗਾ ਕਿ ਸਮੱਸਿਆ ਵੱਡੀ ਹੈ, ਛੋਟੀ ਹੈ, ਜਾਂ ਕੀ ਚੇਂਜ ਆਈ ਮਾਈਂਡਸੈਟ ਦੇ ਵਿੱਚ ਉਹਦੇ ਤੋਂ ਬਾਅਦ? ਇਹ ਬਹੁਤ ਹੀ ਕੰਪਲੈਕਸ ਇਸ਼ੂ ਹੈ। ਮੈਂ ਰੇਸਿਜ਼ਮ ਬਾਰੇ ਹਮੇਸ਼ਾ ਗੱਲ ਕਹਿੰਦੀ ਹਾਂ ਕਿ ਰੇਸਿਜ਼ਮ ਬਹੁਤ ਹੀ ਇੱਕ ਤਾਂ ਸੈਂਸਿਟਿਵ, ਬਹੁਤ ਹੀ ਕੰਪਲੈਕਸ ਇਸ਼ੂ ਹੈ ਜੀ, ਤੇ ਕੋਈ ਇੱਕ ਲੈਜਿਸਲੇਸ਼ਨ ਨਾਲ, ਇੱਕ ਗੱਲਬਾਤ ਨਾਲ ਜਾਂ ਸਾਲ 2 ਸਾਲ ਵਿੱਚ ਖਤਮ ਹੋਣ ਵਾਲੀ ਚੀਜ਼ ਨਹੀਂ ਹੈ ਜੀ। ਪਰ ਇਹ ਕਿ ਜਦ ਹੁਣ ਅਸੀਂ ਆਪਣਾ ਇੱਕ ਰਸਤੇ ਤੇ ਤੁਰ ਪਏ ਹੈਗੇ ਕਿ ਅਸੀਂ ਐਂਟੀ ਰੇਸਿਸਟ ਬ੍ਰਿਟਿਸ਼ ਕੋਲੰਬੀਆ ਬਣਾਉਣਾ ਹੈ, ਉਹਦੇ 'ਚ ਸਾਨੂੰ ਪਤਾ ਹੈ ਕਿ ਸਮਾਂ ਲੱਗੇਗਾ, ਪਰ ਇਹ ਕਿ ਉਹਦੇ ਨਾਲ ਸਾਨੂੰ ਬਹੁਤ ਚੀਜ਼ਾਂ ਐਵੇਂ ਦੀਆਂ ਪਤਾ ਚੱਲ ਰਹੀਆਂ ਕਿ ਜਿਹੜੇ ਲੋਕੀ ਹੰਢਾ ਰਹੇ, ਜਿਹੜੀਆਂ ਕਿ ਪਹਿਲਾਂ ਛੁਪੀਆਂ ਰਹੀਆਂ, ਪਹਿਲਾਂ ਅਸੀਂ ਕਦੀ ਉਹਦੀ ਪ੍ਰਾਇੋਰਟੀ ਨਹੀਂ ਦਿੱਤੀ ਜਾਂ ਅਸੀਂ ਉਹਦੇ ਬਾਰੇ ਕਦੀ ਸੁਝਾਅ ਲਿਆ ਹੀ ਨਹੀਂ, ਪਰ ਜ਼ਿਆਦਾ ਕਿ ਹੁਣ ਉਹ ਚੀਜ਼ਾਂ ਬਾਹਰ ਆਉਣ ਲੱਗ ਗਈਆਂ, ਉਹਦੇ ਬਾਰੇ ਚਰਚਾ ਜ਼ਿਆਦਾ ਹੋਣ ਲੱਗ ਗਈ। ਜਿਵੇਂ ਤੁਹਾਡੇ ਸ਼ੋਅ ਤੇ ਆ ਕੇ ਅੱਜ ਮੈਂ ਰੇਸਿਜ਼ਮ ਦੇ ਉੱਤੇ ਗੱਲ ਕਰ ਰਹੀ ਹਾਂ, ਔਰ ਲੋਕੀ ਵੀ ਇਹਦੇ ਬਾਰੇ ਚਰਚਾ ਕਰਨ ਲੱਗ ਗਏ। ਉਹਦੇ ਨਾਲ ਚੇਂਜ ਉਵੇਂ ਹੀ ਆਏਗੀ ਜਦ ਅਸੀਂ ਕਿਸੇ ਚੀਜ਼ ਬਾਰੇ ਵੱਧ ਤੋਂ ਵੱਧ ਗੱਲਬਾਤ ਕਰਾਂਗੇ, ਤੇ ਸਾਨੂੰ ਉਮੀਦ ਹੈ ਕਿ ਨਾ ਹੀ ਇਕੱਲਾ ਇੱਕ ਲੈਜਿਸਲੇਸ਼ਨ ਆਏਗਾ, ਹੋਰ ਕਈ ਲੈਜਿਸਲੇਸ਼ਨ ਆਉਣਗੇ, ਔਰ ਲੋਕਾਂ ਦੇ ਵਿੱਚ ਅਸੀਂ ਇੰਨਾ ਆਮ ਕਰ ਦਾਂਗੇ ਰੇਸਿਜ਼ਮ ਬਾਰੇ ਗੱਲ ਕਰਨਾ ਕਿ ਉਹਨਾਂ ਨੂੰ ਡਿਸਕੰਫਰਟ ਨਾ ਲੱਗੇ। ਅਜੇ ਵੀ ਬਹੁਤ ਹੀ ਔਖਾ ਸਬਜੈਕਟ ਹੈ, ਸਿਰਫ ਗੋਰੇ ਲੋਕਾਂ ਲਈ ਨਹੀਂ, ਕਿਉਂਕਿ ਉਹ ਡਿਫੈਂਸਿਵ ਹੋ ਜਾਂਦੇ ਰੇਸਿਜ਼ਮ ਦੀ ਗੱਲ ਨੂੰ ਲੈ ਕੇ, ਪਰ ਸਾਡੇ ਵਰਗੇ ਲੋਕਾਂ ਨੇ ਜਿਨ੍ਹਾਂ ਨੇ ਰੇਸਿਜ਼ਮ ਹੰਢਾਇਆ, ਉਹਨਾਂ ਨੇ ਕਈਆਂ ਨੇ ਨੰਗਾ ਚਿੱਟਾ ਹੰਢਾਇਆ, ਉਹਨਾਂ ਲਈ ਇਹ ਬਹੁਤ ਜ਼ਿਆਦਾ ਟਰਾਮਾ ਕ੍ਰੀਏਟ ਕਰਦਾ। ਅਸੀਂ ਇੱਕ ਸੇਫ ਸਪੇਸ ਕ੍ਰੀਏਟ ਕਰ ਰਹੇ ਹਾਂ ਸਰਕਾਰ ਵਜੋਂ ਕਿ ਲੋਕੀ ਆ ਕੇ ਇਹਦੇ ਬਾਰੇ ਗੱਲ ਕਰਨ, ਸਾਡੇ ਨਾਲ ਚਰਚਾ ਕਰਨ, ਔਰ ਗਵਰਨਮੈਂਟਸ ਨੂੰ ਵੀ ਅਕਾਊਂਟੇਬਲ ਬਣਾਉਣ ਕਿ ਤੁਹਾਨੂੰ ਇਹਦੇ ਤੇ ਕੰਮ ਕਰਨ ਦੀ ਜ਼ਰੂਰਤ। ਠੀਕ ਹੈ ਰਚਨਾ ਸਿੰਘ ਜੀ, ਇੱਕ ਮੈਨੂੰ ਹੋਰ ਦੱਸਿਓ ਕਿ ਇਹਦਾ ਮੁੱਖ ਮਕਸਦ ਜੇ ਆਪਾਂ ਦੇਖਣਾ ਹੋਵੇ, ਇੱਕ ਤਾਂ ਹੈਗਾ ਕਿ ਠੀਕ ਹੈ ਭਾਈ, ਜਦੋਂ ਪਤਾ ਲੱਗ ਗਿਆ ਕਿ ਇੱਥੇ ਧੱਕਾ ਥੋੜ੍ਹਾ ਜਿਹਾ ਚੱਲਦਾ ਨਸਲੀ ਆਧਾਰ ਦੇ ਉੱਤੇ, ਤਾਕਤ ਦੀ ਵਰਤੋਂ ਕਰਕੇ ਉਹਨੂੰ ਖਤਮ ਕਰਨਾ ਹੈ ਜਾਂ ਇੱਥੋਂ ਖਤਮ ਕਰਨ ਦੀ ਕੋਸ਼ਿਸ਼ ਕਰਨੀ ਹੈ। ਉਹਦੇ ਲਈ ਕਿਉਂਕਿ ਤਾਕਤ ਦੀ ਵਰਤੋਂ ਕਰਕੇ ਤਾਂ ਅੰਕੜੇ ਆ ਜਾਣਗੇ ਜੀ, ਇੰਨੇ ਲੋਕਾਂ ਦੇ ਉੱਤੇ ਕਾਰਵਾਈ ਕੀਤੀ, ਆਹ ਕੀਤੀ, ਆਹ ਹੋ ਗਿਆ ਨਾ। ਜੇ ਇੱਥੋਂ ਖਤਮ ਕਰਨਾ ਹੈ, ਹੌਲੀ ਹੌਲੀ ਹੈਮਰ ਚਲਾਉਣਾ ਪਊਗਾ, ਹੌਲੀ ਹੌਲੀ ਕੰਮ ਹੋਣਗੇ, ਉਹਦੇ ਤੇ એનર્ਜੀ ਜ਼ਿਆਦਾ ਲੱਗੇਗੀ, ਹੋ ਸਕਦਾ ਪੈਸੇ ਵੀ ਜ਼ਿਆਦਾ ਲੱਗਣ, ਟਾਈਮ ਵੀ ਜ਼ਿਆਦਾ ਲੱਗੇ। ਦੋਨਾਂ ਦੇ ਵਿੱਚੋਂ ਕਿਹੜੀ ਚੀਜ਼ ਦੇ ਉੱਤੇ ਵੱਧ ਫੋਕਸ ਰਹੇਗਾ? ਜੀ ਬਿਲਕੁਲ ਪ੍ਰੋਐਕਟਿਵ ਜਿਹੜੀ ਅਪਰੋਚ ਹੈ, ਜਿਹੜੀ ਸਿਸਟੈਮਿਕ ਚੇਂਜ ਹੈ, ਅਸੀਂ ਉਹਦੇ ਲਈ ਵਚਨਬੱਧ ਹੈਗੇ ਹਾਂ। ਔਰ ਜਿਹੜਾ ਲੈਜਿਸਲੇਸ਼ਨ ਦਾ ਕੰਮ ਵੀ ਹੈਗਾ ਸਿਸਟੈਮਿਕ ਜਿਹੜਾ ਰੇਸਿਜ਼ਮ ਹੈ ਉਹਨੂੰ ਟੈਕਲ ਕਰਨ ਦਾ। ਇੱਕ ਹੈ ਕਿ ਜਦ ਕੋਈ ਵੀ ਲੋਕੀ ਕਈ ਵਾਰ ਗੱਲ ਕਰਨਗੇ ਕਿ ਤੁਸੀਂ ਪੈਨਲਟੀਜ਼ ਜ਼ਿਆਦਾ ਕਰ ਦਿਓ, ਹੈ ਨਾ, ਕਿ ਉਹ ਰਿਐਕਟਿਵ ਅਪਰੋਚ ਹੈਗੀ, ਪਰ ਹੈ ਕਿ ਪਹਿਲਾਂ ਅਸੀਂ ਕਹੀਏ ਕਿ ਉਹ ਹੋਇਆ ਹੀ ਕਿਉਂ, ਉਹ ਹਿੰਸਾ ਕਿਉਂ ਹੋਈ, ਉਹ ਨਸਲਵਾਦ ਹੋਇਆ ਹੀ ਕਿਉਂ। ਉਹ ਨਸਲਵਾਦ ਜੜੋਂ ਜਦ ਹਟਾਉਣਾ, ਉਹਨੂੰ ਸਮਾਂ ਵੀ ਲੱਗੇਗਾ, ਉਹਦੇ ਲਈ ਐਫਰਟ ਵੀ ਜ਼ਿਆਦਾ ਲੱਗੇਗੀ, ਉਹਦੇ ਲਈ ਜਿਹੜੀ ਹੈ ਕਿ ਕੋਸ਼ਿਸ਼ ਵੀ ਜ਼ਿਆਦਾ ਰਹੇਗੀ। ਔਰ ਐਸੀ ਕਰਕੇ ਇਹ ਜਿਹੜੇ ਲੈਜਿਸਲੇਸ਼ਨ ਅਸੀਂ ਲੈ ਕੇ ਆ ਰਹੇ ਹਾਂ, ਅਸੀਂ ਇਹੀ ਪਤਾ ਕਰਨਾ ਚਾਹ ਰਹੇ ਹਾਂ ਕਿ ਕਿਵੇਂ ਜਿਹੜੇ ਬੈਰੀਅਰਸ ਹਨ, ਜਿਹੜੇ ਸਿਸਟੈਮਿਕ ਤੌਰ ਤੇ ਜਦ ਇੱਕ ਬੰਦਾ ਹਸਪੀਟਲ ਵਿੱਚ ਜਾ ਰਿਹਾ ਹੈਗਾ, ਜਿਹੜਾ ਹਸਪੀਟਲ ਜਿਹੜਾ ਅਸੀਂ ਮੰਨ ਕੇ ਚੱਲਦੇ ਹਾਂ ਕਿ ਹਰ ਕਿਸੇ ਨੂੰ ਬਰਾਬਰ ਸੇਵਾ ਮਿਲਦੀ ਚਾਹੀਏ, ਜਦ ਕੋਈ ਇੱਕ ਇੰਡੀਜਨਸ ਬੰਦਾ ਸਾਨੂੰ ਇਹ ਕਹਿੰਦਾ, ਜਾਂ ਜਦ ਤੁਸੀਂ ਕੋਈ ਖਬਰਾਂ ਵੀ ਸੁਣੀਆਂ ਹੋਣਗੀਆਂ ਭਾਜੀ ਕਿ ਕਿਟੀਮੈਟ ਵਿੱਚ ਇੱਕ ਔਰਤ ਸੀਗੀ, ਪ੍ਰੈਗਨੈਂਟ ਔਰਤ, 3 ਥਾਂ ਤੇ, ਕਿਟੀਮੈਟ ਇੱਕ ਨਾਰਥ ਵਿੱਚ ਬਹੁਤ ਹੀ ਛੋਟਾ ਜਿਹਾ ਸੂਬਾ, ਉਹਦੇ ਵਿੱਚ ਉਹ ਜਾਂਦੀ ਹੈ ਪ੍ਰੈਗਨੈਂਟ ਔਰਤ, 2-3 ਹਸਪਤਾਲਾਂ ਵਿੱਚ ਉਹ ਜਾ ਕੇ ਉਹਨੂੰ ਸਰਵਿਸ ਨਹੀਂ ਮਿਲਦੀ, ਔਰ ਐਂਡ ਵਿੱਚ ਉਹਦਾ ਬੱਚਾ ਜਦ ਹੁੰਦਾ ਤੇ ਉਹ ਜੀ ਨਹੀਂ ਪਾਉਂਦਾ। ਔਰ ਇੱਥੇ ਸਰੀ ਵਿੱਚ ਕ੍ਰਿਸਮਸ ਦੇ ਦੌਰਾਨ ਇੱਕ ਖਬਰ ਆਈ ਕਿ ਇੱਕ ਸਾਊਥ ਏਸ਼ੀਅਨ ਔਰਤ, ਪੰਜਾਬੀ ਔਰਤ ਜਾਂਦੀ ਹੈ, ਉਹਨੂੰ ਲੇਬਰ ਪੇਨਸ ਹੈਗੀਆਂ, 4 ਵਾਰ ਉਹ ਜਾਂਦੀ ਹੈ ਹਸਪੀਟਲ ਦੇ ਵਿੱਚ, ਸ਼ੀ ਕੀਪਸ ਔਨ ਸੇਇੰਗ ਕਿ ਮੈਨੂੰ ਸੇਵਾ ਦੀ ਲੋੜ ਹੈਗੀ, ਔਰ ਉਹਨੂੰ ਕਿਹਾ ਜਾਂਦਾ ਕਿ ਨਹੀਂ ਅਜੇ ਨਹੀਂ। ਹਾਂ, ਔਰ ਉਹ ਬੱਚਾ ਆਪਣਾ ਪੈਦਾ ਕਰਦੀ ਹੈ ਔਨ ਜਿਹੜੇ ਫਰੰਟ ਸਟੈਪਸ ਹੈ ਜਿਹੜੇ ਹਸਪੀਟਲ ਦੇ। ਜਦ ਇਹ ਖਬਰਾਂ ਜਦ ਆਉਂਦੀਆਂ ਕਈ ਨਾ ਕਈ ਮੈਨੂੰ ਗੁੱਸਾ ਆਉਂਦਾ ਇਸ ਚੀਜ਼ ਦੇ ਉੱਤੇ ਕਿ ਇਹ ਖਬਰਾਂ ਕਿਉਂ ਉਵੇਂ ਦੇ ਥਾਵਾਂ ਤੋਂ ਆ ਰਹੀਆਂ ਜਿੱਥੇ ਪੋਪੂਲੇਸ਼ਨ ਜ਼ਿਆਦਾ ਮਾਰਜਨਲਾਈਜ਼ ਲੋਕਾਂ ਦੀ, ਬੇਸ਼ੱਕ ਉਹ ਇੰਡੀਜਨਸ ਭਾਈਚਾਰਾ ਹੈ ਜਾਂ ਉਹ ਸਾਡਾ ਪੰਜਾਬੀ ਭਾਈਚਾਰਾ ਹੈ, ਕੱਲ੍ਹ ਨੂੰ ਹੋ ਸਕਦਾ ਉਹ ਕੋਈ ਸਿਆਹ ਨਸਲ ਦੀ ਔਰਤ ਨਾਲ ਵੀ ਹੋਏਗਾ।
ਕਿਉਂ ਐਵੇਂ ਹੋ ਰਿਹਾ, ਕਿਉਂ ਅਸੀਂ VGH ਵਿੱਚ ਨਹੀਂ ਇਹ ਗੱਲ ਸੁਣ ਰਹੇ, ਕਿਉਂ ਅਸੀਂ ਇੱਕ ਗੋਰੀ ਔਰਤ ਨਾਲ, ਮੈਂ ਨਹੀਂ ਚਾਹੁੰਦੀ ਕਿ ਉਹਨਾਂ ਨਾਲ ਹੋਵੇ, ਆਈ ਡੋਂਟ ਵਾਂਟ ਦਿਸ ਟੂ ਹੈਪਨ ਟੂ ਦੈਮ, ਪਰ ਕਿਉਂ ਇੱਕ ਬਾਰ-ਬਾਰ ਇੱਕ ਮਾਰਜਨਲਾਈਜ਼ਡ ਕਮਿਊਨਿਟੀ ਦੀ ਔਰਤਾਂ ਨਾਲ ਇਹ ਚੀਜ਼ ਹੋ ਰਹੀ। ਸੋ ਇਹ ਸਾਨੂੰ ਸੋਚਣ ਦੀ ਮਜਬੂਰ ਕਰ ਰਿਹਾ, ਕਿਤੇ ਨਾ ਕਿਤੇ ਸਿਸਟਮ ਕੋਈ ਵਿਤਕਰਾ ਤਾਂ ਨਹੀਂ ਕਰ ਰਿਹਾ ਹੈ। ਐਂਡ ਤਾਂ ਹੀ ਜਿਹੜਾ ਇਹ ਡੇਟਾ ਐਕਟ ਹੈ ਇਹ ਸਾਨੂੰ ਉਹ ਮੇਜਰ ਕਰਨ ਵਿੱਚ ਕਾਫੀ ਜ਼ਿਆਦਾ ਯੋਗਦਾਨ ਪਾਏਗਾ ਕਿ ਵਟ ਇਜ਼ ਹੈਪਨਿੰਗ। ਕਈ ਇੱਕ ਦੋ ਖਬਰਾਂ ਜਿਹੜੀਆਂ ਸਾਡੇ ਸਾਹਮਣੇ ਆਈਆਂ, ਕਈ ਐਵੇਂ ਦੇ ਇੰਸੀਡੈਂਟਸ ਹੋਣਗੇ ਜਿਹੜੇ ਸਾਨੂੰ ਪਤਾ ਹੀ ਨਹੀਂ ਹੈਗੇ, ਜਿਹੜੇ ਕਦੀ ਉਹਨਾਂ ਨੇ ਨਾ ਮੀਡੀਆ ਨੇ ਕੋਲ ਆਏ ਹੈਗੇ ਹੈ, ਨਾ ਹੀ ਉਹ ਕਦੀ ਅਖਬਾਰਾਂ ਵਿੱਚ ਆਏ, ਕਦੀ ਸਾਡੇ ਕੋਲ ਹੀ ਔਰ ਗਵਰਨਮੈਂਟ ਕੋਲ ਤਾਂ ਕਿਵੇਂ ਆਉਣੇ ਹੈਗੇ। ਤੇ ਇਸ ਕਰਕੇ ਇਟਸ ਇੰਪੋਰਟੈਂਟ ਟੂ ਨੋ ਅਬਾਊਟ ਦੋਜ਼ ਬੈਰੀਅਰਸ ਕਿ ਜਿਹੜੀਆਂ ਕਮਿਊਨਿਟੀਜ਼ ਫੇਸ ਕਰ ਰਹੀਆਂ। ਔਰ ਜੌਬਸ ਦੀ ਤੁਸੀਂ ਗੱਲ ਕੀਤੀ ਹੈ, ਉਹਦੇ ਲਈ ਵੀ ਅਸੀਂ ਚਾਹਾਂਗੇ ਕਿ ਐਵੇਂ ਦੇ ਅੰਕੜੇ ਹੋਣ ਤਾਂ ਕਿ ਅਸੀਂ ਪਤਾ ਲਾ ਸਕੀਏ, ਕਿਉਂਕਿ ਅੰਕੜੇ ਹੋਣਗੇ ਤਾਂ ਪਲਾਨ ਹੋਊਗਾ। ਬਿਲਕੁਲ, ਤਾਂ ਹੀ ਉਹਦੇ ਤੇ ਪਾਲਿਸੀ ਕੰਮ ਹੋਏਗਾ। ਅੱਛਾ, ਇੱਕ ਗੱਲ ਰਚਨਾ ਸਿੰਘ ਜੀ ਦੱਸਿਓ, ਕਈ ਵਾਰੀ ਤਾਂ ਆਪਣਾ ਜਿਹੜਾ ਭਾਈਚਾਰਾ, ਪੰਜਾਬੀ ਭਾਈਚਾਰਾ, ਕਈ ਵਾਰੀ ਤਾਂ ਅਸੀਂ ਕਿਸੇ ਮੁੱਦੇ ਦੇ ਉੱਤੇ ਮਿੰਟਾਂ 'ਚ ਸੜਕ 'ਤੇ ਆ ਜਾਈਦਾ, ਮਿੰਟਾਂ ਦੇ ਵਿੱਚ ਆਵਾਜ਼ ਸੋਸ਼ਲ ਮੀਡੀਆ ਰਾਹੀਂ ਆ ਜਾਂਦੀ ਹੈ, ਕਈ ਵਾਰੀ ਅਸੀਂ ਚੁੱਪ ਹੀ ਰਹਿੰਦੇ ਹਾਂ। ਖਾਸ ਤੌਰ ਦੇ ਉੱਤੇ ਜਿੱਥੇ ਕੁਛ ਲਿਖਤੀ ਕਰਨਾ ਹੋਵੇ ਨਾ, ਉੱਥੇ ਤਾਂ ਸਾਡੇ ਲਈ ਬਹੁਤ ਹੀ ਔਖਾ ਹੋ ਜਾਂਦਾ ਆ ਕਿ ਕੀ ਲਿਖ ਕੇ ਦੇਵਾਂਗੇ, ਕਿੱਦਾਂ ਲਿਖਾਂਗੇ, ਕੁਛ ਗਲਤ ਨਾ ਲਿਖ ਹੋ ਜਾਵੇ, ਕਿੱਦਾਂ ਦਾ ਲਿਖਣਾ, ਕਿਉਂਕਿ ਅਸੀਂ ਲਿਖਤ ਤੋਂ ਭੱਜਦੇ ਹਾਂ, ਅਸੀਂ ਸ਼ਬਦ ਅਸੀਂ ਪੜ੍ਹਨ ਤੋਂ ਵੀ ਭੱਜ ਗਏ, ਲਿਖਤ ਤੋਂ ਭੱਜਣਾ ਹੀ ਆ। ਐਤਕੀ ਇਨਵੋਲਵਮੈਂਟ ਕਿੱਦਾਂ ਦੀ ਰਹੀ ਹੈ? ਜੇ ਤਾਂ ਉਮੀਦਾਂ ਦੇ ਮੁਤਾਬਿਕ ਰਹੀ ਹੈ ਫਿਰ ਠੀਕ ਹੈ, ਜੇ ਘੱਟ ਰਹੀ ਹੈ ਜਾਂ ਹੋਰ ਜ਼ਿਆਦਾ ਹੋਣੀ ਚਾਹੀਦੀ ਸੀ, ਉਹਦੇ ਲਈ ਸੁਨੇਹਾ ਜ਼ਰੂਰ ਦੇ ਦਿਓ, ਕਿਸੇ ਵੀ ਮੁੱਦੇ ਤੇ, ਇਕੱਲੇ ਇਸੇ ਤੇ ਨਹੀਂ। ਬਿਲਕੁਲ, ਇੱਕ ਤਾਂ ਮੈਂ ਕਹੂੰਗੀ ਕਿ ਰੇਸਿਜ਼ਮ ਜਦ ਅਸੀਂ ਸੋਚਦੇ ਹਾਂ ਨਾ, ਅਸੀਂ ਬਿਲਕੁਲ ਸੋਸ਼ਲ ਜਸਟਿਸ ਦਾ ਇਸ਼ੂ ਸਮਝ ਲੈਂਦੇ ਹਾਂ, ਔਰ ਸਾਨੂੰ ਲੱਗਦਾ ਕਿ ਸਾਡੀ ਤਾਂ ਰੋਜ਼ੀ ਰੋਟੀ ਦੇ ਹੀ ਨਹੀਂ ਮਸਲੇ ਹੱਲ ਹੋ ਰਹੇ ਤੇ ਰੇਸਿਜ਼ਮ ਦੇ ਉੱਤੇ ਅਸੀਂ ਕਿਵੇਂ ਗੱਲ ਕਰਾਂਗੇ। ਪਰ ਰੇਸਿਜ਼ਮ ਇਕੱਲਾ ਸੋਸ਼ਲ ਜਸਟਿਸ ਦਾ ਇਸ਼ੂ ਨਹੀਂ ਹੈ, ਇਕੋਨਮੀ ਨਾਲ ਵੀ ਬਹੁਤ ਜ਼ਿਆਦਾ ਜੁੜਿਆ ਹੋਇਆ ਹੈ। ਜਿਹੜੀ ਅਸੀਂ ਰੋਜ਼ੀ ਰੋਟੀ, ਜਿਹੜੀ ਤੁਹਾਡਾ ਹੱਕ ਹੈ, ਜਿਹੜੀਆਂ ਜੌਬਾਂ ਲਈ ਤੁਹਾਡਾ ਹੱਕ ਹੈ, ਜਾਂ ਜਿਵੇਂ ਦੀ ਤੁਸੀਂ ਤਰੱਕੀ ਕਰਨਾ ਚਾਹੁੰਦੇ ਹੋ ਤੁਸੀਂ ਜਾਂ ਤੁਹਾਡੇ ਬੱਚੇ, ਉਹ ਪੋਸੀਬਲ ਨਹੀਂ ਹੋਏਗੀ ਜੇ ਰੇਸਿਜ਼ਮ ਇਸ ਸੁਸਾਇਟੀ ਦਾ ਹਿੱਸਾ ਰਿਹਾ। ਅਸੀਂ ਕਈ ਵਾਰੀ ਚੀਜ਼ਾਂ ਆਪਣੇ ਬਾਰੇ ਤਾਂ ਇਹ ਸੋਚ ਕੇ ਰੱਖ ਲੈਂਦੇ ਕਿ ਅਸੀਂ ਫਸਟ ਜਨਰੇਸ਼ਨ ਤੇ ਹੈਗੇ ਹਾਂ, ਸਾਡਾ ਤਾਂ ਕੰਮ ਹੀ ਹੈ ਸਟਰਗਲ ਕਰਨਾ, ਅਸੀਂ ਚੁੱਪ ਕਰਕੇ ਸਟਰਗਲ ਕਰੀਏ, ਅਸੀਂ ਬੱਚੇ ਪਾਲੀਏ, ਸਾਨੂੰ ਇਹ ਚੀਜ਼ਾਂ ਵਿੱਚ ਪੈਣ ਦਾ ਕੀ ਲੋੜ ਹੈਗੀ। ਇਹ ਐਕਟਿਵਿਸਟਾਂ ਬਾਰੇ ਵੀ ਇਹ ਕਿਹਾ ਜਾਂਦਾ ਹੈ ਕਿ ਐਕਟਿਵਿਸਟ ਵੀ ਬਹੁਤ ਅਲੀਟਿਸਟਿਕ ਟਰਮ ਹੋ ਗਈ ਹੈ ਕਿ ਜਿਨ੍ਹਾਂ ਨੂੰ ਘਰ ਵਿੱਚ ਖਾਣਾ ਮਿਲਦਾ ਹੈਗਾ, ਜਿਹੜੀ ਰੋਜ਼ੀ ਰੋਟੀ ਮਿਲ ਰਹੀ ਹੈ, ਤਾਂ ਉਹ ਐਕਟਿਵਿਜ਼ਮ ਕਰਦੇ। ਪਰ ਇਹ ਕਿ ਅਸੀਂ ਜਦ ਆਪਣੀ ਆਵਾਜ਼ ਬੁਲੰਦ ਨਹੀਂ ਕਰਾਂਗੇ, ਅਸੀਂ ਸਟਰੋਂਗਲੀ ਗਵਰਨਮੈਂਟਸ ਨੂੰ ਅਕਾਊਂਟੇਬਲ ਨਹੀਂ ਬਣਾਵਾਂਗੇ, ਅਸੀਂ ਕਵਾਂਗੇ ਨਹੀਂ ਕਿ ਸਾਡੇ ਨਾਲ ਧੱਕਾ ਹੋਇਆ, ਕਿਸੇ ਨੇ ਤੁਹਾਡੀ ਆਵਾਜ਼ ਨਹੀਂ ਸੁਣਨੀ, ਕਿਸੇ ਨੇ ਨਹੀਂ ਕਹਿਣਾ ਕਿ ਤੁਹਾਨੂੰ ਕਿਵੇਂ ਦਾ ਧੱਕਾ ਤੁਸੀਂ ਮਹਿਸੂਸ ਕਰ ਰਹੇ ਹੋ। ਸਰੀ ਵਰਗੇ ਜਿਹੜਾ ਇੱਕ ਸੂਬਾ ਹੈ, ਸਰੀ ਵਰਗਾ ਸ਼ਹਿਰ ਹੈ, ਉਹਦੇ ਵਿੱਚ ਬਹੁਤ ਜ਼ਿਆਦਾ ਅਸੀਂ ਕਹਿੰਦੇ ਹਾਂ ਕਿ ਅਸੀਂ ਬਹੁਤ ਤਰੱਕੀ ਕੀਤੀ ਹੈ, ਪਰ ਕਈ ਲੋਕਾਂ ਨੂੰ ਹੈ ਕਿ ਅਸੀਂ ਆਪਣੇ ਮਨ ਨੂੰ ਮੰਨ ਲਿਆ ਕਿ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਹੀ ਕੰਮ ਕਰਾਂਗੇ, ਅਸੀਂ ਅੱਗੇ ਵਧਣ ਦੀ ਆਪਣੀ ਜਿਹੜੀ ਇੱਛਾ ਹੈ ਉਹਨੂੰ ਵੀ ਕਿਤੇ ਨਾ ਕਿਤੇ ਮਾਰ ਦੇਗਾ। ਆਈ ਵਾਂਟ ਪੀਪਲ ਟੂ ਡਰੀਮ, ਮੈਂ ਚਾਹੁੰਦੀ ਹਾਂ ਕਿ ਸਾਡੇ ਬੱਚੇ ਉਹ ਥਾਵਾਂ ਲੈਣ ਜਿਹੜੇ ਉਹ ਹੱਕਦਾਰ ਹੈ ਉਹਨਾਂ ਕੋਲ, ਔਰ ਸਿਰਫ ਸਾਡੇ ਬੱਚੇ ਹੀ ਨਹੀਂ, ਸਾਡੇ ਜਿਹੜੇ ਮੇਰੀ ਜਨਰੇਸ਼ਨ ਦੇ ਲੋਕ ਔਰ ਸਾਡੇ ਤੋਂ ਵੱਡੀ ਉਮਰ ਦੇ ਲੋਕ ਵੀ, ਔਰ ਕਾਫੀ ਇੰਟੈਲੀਜੈਂਸ ਹੈਗੀ ਉਹਨਾਂ ਵਿੱਚ, ਉਹ ਜੌਬਾਂ ਲਈ ਹੱਕਦਾਰ ਹੈਗੇ ਹੈ। ਕਿਉਂ ਨਹੀਂ ਮਿਲੀਆਂ ਹੈਗੀਆਂ? ਉਹ ਸਿਸਟੈਮਿਕ ਬੈਰੀਅਰਸ ਕੌਣ ਤੋੜੇਗਾ? ਜੇ ਮੇਰੀ ਰਚਨਾ ਜਿਹਦੇ ਕੋਲ ਇੱਕ ਪਾਵਰ ਆਈ ਹੈ ਜਾਂ ਪ੍ਰਿਵਿਲੇਜ ਆਇਆ, ਜੇ ਅਸੀਂ ਇਹ ਆਵਾਜ਼ ਨਹੀਂ ਬੰਦ ਕਰਾਂਗੇ, ਮੈਂ ਵੀ ਕਵਾਂਗੀ ਕਿ ਸਭ ਕੁਝ ਠੀਕ ਹੈ ਤੇ ਇਹ ਕੰਮ ਇੱਕ ਸਟੇਟਸ ਕੋ ਵਜੋਂ ਰਹਿ ਜਾਏਗਾ। ਵੀ ਆਲ ਹੈਵ ਟੂ ਕਮ ਟੂਗੈਦਰ। ਜਿਹੜੀ ਤੁਸੀਂ ਉਹਦੀ ਗੱਲ ਕੀਤੀ ਕਿ ਅਸੀਂ ਲਿਖਣ ਤੋਂ ਭੱਜਦੇ ਹੈਗੇ ਹਾਂ, ਜਿਹੜੀ ਸ਼ਮੂਲੀਅਤ ਹੈ ਕਿਵੇਂ ਹੋਣੀ ਚਾਹੀਦੀ ਹੈ, ਅਸੀਂ ਉਹ ਬੈਰੀਅਰਸ ਵੀ ਤੋੜ ਰਹੇ ਹੈਗੇ ਭਾਜੀ। ਕਈ ਵਾਰ ਲੈਂਗੁਏਜ ਦਾ ਬੈਰੀਅਰ ਹੈਗਾ, ਲਿਖਣ ਦਾ ਬੈਰੀਅਰ ਹੈਗਾ। ਜਦ ਅਸੀਂ ਆਪਣੀ ਕੰਸਲਟੇਸ਼ਨ ਆਨਲਾਈਨ ਸਰਵੇ ਕੀਤਾ, ਅਸੀਂ ਕਿਹਾ ਕਿ ਜੇ ਤੁਸੀਂ ਲਿਖ ਕੇ ਨਹੀਂ ਦੇਣਾ ਚਾਹੁੰਦੇ, ਵੀਡੀਓ ਵੀ ਸਬਮਿਟ ਕਰ ਸਕਦੇ ਹੋ, ਤੁਸੀਂ ਬੋਲ ਕੇ ਹੀ ਕਰ ਲਓ, ਤੁਸੀਂ ਇੱਕ ਆਪਣਾ ਰਿਕਾਰਡਿੰਗ, ਕਿਉਂਕਿ ਅੱਜ ਕੱਲ੍ਹ ਫੋਨ ਵਗੈਰਾ ਹੈਗੇ, ਲੋਕੀ ਅੱਜ ਕੱਲ੍ਹ ਟਿਕਟੌਕ ਬਹੁਤ ਬਣਾਉਂਦੇ, ਉਹਦੇ ਲਈ ਕਾਫੀ ਅਸੀਂ ਉਹ ਆਪਸ਼ਨ ਵੀ ਦੇ ਰਹੇ ਹੈਗੇ। ਔਰ ਅਸੀਂ ਤੁਹਾਡੇ ਰਾਹੀਂ ਔਰ ਲੋਕਾਂ ਰਾਹੀਂ ਜਾਣਨਾ ਚਾਹਾਂਗੇ ਹੋਰ ਕਿਵੇਂ ਅਸੀਂ ਤੁਹਾਡੇ ਬੈਰੀਅਰਸ ਤੋੜੇ ਕਿ ਤੁਸੀਂ ਹੋਰ ਤੁਹਾਡੀ ਸ਼ਮੂਲੀਅਤ ਵਿੱਚ ਹੋਰ ਵਾਧਾ ਹੋ ਸਕੇ। ਆਵਾਜ਼ ਕੰਨਾਂ 'ਚ ਪੈਣੀ ਚਾਹੀਦੀ ਹੈ, ਫਿਰ ਪਤਾ ਲੱਗੂ ਸਮੱਸਿਆ ਕਿੱਥੇ ਹੈ। ਬਿਲਕੁਲ ਜੀ। ਹੁਣ ਅਗਲੇ ਸਟੈਪ ਕੀ ਨੇ? ਹੁਣ ਕੀ ਲੋਕਾਂ ਦੀ ਸ਼ਮੂਲੀਅਤ ਵਾਲਾ ਕੰਮ ਉਹ ਤਾਂ ਸਮਾਪਤ ਹੋ ਗਿਆ, ਉਹ ਡੇਟ ਬਾਉਂਡ ਸੀ, ਉਹ ਖਤਮ ਹੋ ਗਿਆ। ਹੁਣ ਅੱਗੇ ਲੋਕ ਕੀ ਉਡੀਕ ਕਰਨਗੇ, ਕਿੱਥੇ ਕਿੱਥੇ ਸਟੈਪ ਜਾਣਗੇ ਜੀ? ਅਜੇ ਮੈਂ ਕਹੂੰਗੀ ਕਿ ਕੰਮ ਸ਼ੁਰੂ ਹੋਇਆ, ਠੀਕ ਹੈ ਜੀ, ਕਿ ਅਜੇ ਇੰਟਰੋਡਿਊਸ ਹੋਇਆ, ਉਹਨੂੰ ਰਾਇਲ ਅਸੈਂਟ ਮਿਲਿਆ, ਡੇਟਾ ਲੈਜਿਸਲੇਸ਼ਨ ਇੱਕ ਐਕਟ ਬਣ ਗਿਆ ਜੀ। ਹੁਣ ਹੈ ਕਿ ਉਹ ਐਕਟ ਲਈ ਅਸੀਂ ਉਹ ਡੇਟਾ ਇਕੱਠਾ ਕਰਨਾ ਹੈ। ਡੇਟਾ ਕਿਵੇਂ ਇਕੱਠਾ ਕੀਤਾ ਜਾਵੇ, ਉਹਦੇ ਲਈ ਇੱਕ ਐਂਟੀ ਰੇਸਿਜ਼ਮ ਡੇਟਾ ਕਮੇਟੀ ਹੋਏਗੀ। ਉਹਦੇ ਲਈ ਵੀ ਜੇ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਦੇਖੋ www.antiracism.gov.bc ਤੇ ਉਹਦੇ ਵਿੱਚ ਸਾਰੀ ਉਹਦੇ ਜਿਹੜੇ ਲੋਕੀ ਇਸ ਕਮੇਟੀ ਦਾ ਹਿੱਸਾ ਬਣਨਾ ਚਾਹੁੰਦੇ ਆ ਉਹ ਵੀ ਆਪਣੇ ਰੈਜ਼ੂਮੇ ਭੇਜ ਸਕਦੇ। ਔਰ ਉਹ ਕਮੇਟੀ ਧਿਆਨ ਰੱਖੇਗੀ ਕਿ ਕਿਵੇਂ ਇਹ ਡੇਟਾ ਇਕੱਠਾ ਕੀਤਾ ਜਾ ਰਿਹਾ, ਉਹਦੇ 'ਚ ਕੋਈ ਕੁਰੀਤੀਆਂ ਤਾਂ ਨਹੀਂ ਹੋ ਰਹੀਆਂ, ਕਿਉਂਕਿ ਇੱਕ ਪ੍ਰਾਈਵੇਸੀ ਦਾ ਵੀ ਇਸ਼ੂ ਹੈਗਾ। ਕਿਤੇ ਗਵਰਨਮੈਂਟ ਉਹਦੇ ਮਾਪਦੰਡ ਪੂਰੇ ਤਰ੍ਹਾਂ ਅਪਣਾ ਰਹੀ ਹੈਗੀ ਹੈ। ਨਾਲ ਇੱਕ ਸਰਵੇ ਆਏਗਾ, ਅਸੀਂ ਜਿਹੜੀ ਕਿ ਲੋਕਾਂ ਤੋਂ ਸਾਨੂੰ ਇੱਕ ਗੱਲ ਪਤਾ ਚੱਲੀ, ਉਹ ਬਾਰ-ਬਾਰ ਇਹ ਇਨਫੋਰਮੇਸ਼ਨ ਨਹੀਂ ਦੇਣਾ ਚਾਹੁੰਦੇ। ਉਹ ਇਹ ਨਹੀਂ ਚਾਹੁੰਦੇ ਕਿ ਉਹ ਹਸਪੀਟਲ ਜਾਣ
ਇਨਫੋਰਮੇਸ਼ਨ ਦੇਣ, ਉਹ ਇੱਕ ICPC ਦੇ ਦਫ਼ਤਰ ਜਾਣ, ਉਹ ਦੁਬਾਰਾ ਤੋਂ ਇਨਫੋਰਮੇਸ਼ਨ ਦੇਣ। ਇੱਕ ਸਰਵੇ ਰਾਹੀਂ ਅਸੀਂ ਇਹ ਇਨਫੋਰਮੇਸ਼ਨ ਇਕੱਠੀ ਕਰਾਂਗੇ ਜਿਹਨੂੰ ਅਸੀਂ ਡਿਸਐਗਰੀਗੇਟਿਡ ਇਨਫੋਰਮੇਸ਼ਨ ਕਰਦੇ ਹਾਂ। ਇੱਕ ਉਹ ਸਿਰਫ ਤੁਹਾਡੀ ਨਾਮ, ਉਮਰ ਜਾਂ ਤੁਹਾਡੀ ਜੈਂਡਰ ਤੱਕ ਸੀਮਤ ਨਹੀਂ ਹੈ, ਉਹ ਇਹ ਵੀ ਪਤਾ ਕਰੇਗੀ ਤੁਹਾਡੀ ਐਥਨੀਸਿਟੀ ਕੀ ਹੈ, ਤੁਹਾਡਾ ਰਿਲੀਜਨ ਕੀ ਹੈ, ਤੁਸੀਂ ਕੋਈ ਰਿਲੀਜੀਅਸ ਸਿੰਬਲ ਤਾਂ ਨਹੀਂ ਪਾ ਰਹੇ, ਜਿਵੇਂ ਪੱਗ ਹੈਗੀ ਹੈ, ਹਿਜਾਬ ਹੈ ਜਾਂ ਜੂਇਸ਼ ਕਿੱਪਾ ਹੈਗਾ, ਤੁਸੀਂ ਬੋਲੀ ਕੀ ਬੋਲ ਰਹੇ ਹੋ, ਕਿਹੜੀ ਕੰਫਰਟੇਬਲ ਹੋ ਕਿਹੜੀ ਬੋਲੀ ਦੇ ਵਿੱਚ। ਹੋਰ ਉਵੇਂ ਡਿਸਐਗਰੀਗੇਟਿਡ ਉਸ ਤਰ੍ਹਾਂ ਨਾਲ ਅਸੀਂ ਜਾਣਕਾਰੀ ਲਵਾਂਗੇ ਜਿਹੜੀ ਕਿ ਬੈਰੀਅਰਸ ਕ੍ਰੀਏਟ ਕਰ ਸਕਦੀ ਹੈ ਤੁਹਾਡੀ ਸਰਵਿਸਿਜ਼ ਲੈਣ ਦੇ ਵਿੱਚ। ਤੇ ਉਹ ਸਰਵੇ ਇਕੱਠਾ ਹੋ ਕੇ ਉਹਦੀ ਪੂਰਾ ਐਨਾਲਿਸਿਸ ਹੋਏਗਾ ਤੇ ਉਹਦੀ ਪਹਿਲੀ ਰਿਪੋਰਟ ਆਏਗੀ ਜੂਨ 2023 ਦੇ ਵਿੱਚ, ਅਗਲੇ ਸਾਲ ਐਸੇ ਮਹੀਨੇ। ਠੀਕ ਹੈ ਜੀ। ਔਰ ਅਸੀਂ ਚਾਹਾਂਗੇ ਕਿ ਇਟ ਵੁੱਡ ਬੀ ਅ ਪਬਲਿਕ ਰਿਪੋਰਟ ਜੀ। ਅਨਦਰ ਰੀਜ਼ਨ, ਕਿਉਂਕਿ ਕਈ ਵਾਰ ਹੁੰਦਾ ਕਿ ਲੈਜਿਸਲੇਸ਼ਨ ਆ ਜਾਂਦੇ ਹੈ, ਅਸੀਂ ਉਹਦੇ ਤੇ ਚਰਚਾ ਕਰ ਲਈ ਕਿਉਂਕਿ ਉਹ ਨਵਾਂ ਲੈਜਿਸਲੇਸ਼ਨ ਹੈਗਾ, ਉਸ ਤੋਂ ਬਾਅਦ ਅਸੀਂ ਚੁੱਪ ਕਰ ਜਾਂਦੇ ਹਾਂ ਕਿ ਐਂਡ ਦੈਨ ਨੋ ਐਕਟੀਵਿਟੀ ਹੈਪਨਸ ਜੀ। ਔਰ ਐਸੀ ਕਰਕੇ ਜਿਹੜਾ ਟਰਸਟ ਹੈ, ਜਿਹੜਾ ਟੁੱਟਿਆ ਹੁੰਦਾ ਕਮਿਊਨਿਟੀਜ਼ ਦਾ ਸਰਕਾਰਾਂ ਦੇ ਨਾਲ, ਉਹ ਐਸੀ ਕਰਕੇ ਕਈ ਵਾਰ ਚਰਚਾ ਹੁੰਦੀ ਹੈ, ਚਰਚਾ 2-4 ਦਿਨ ਉਹ ਚਰਚਾ ਰਹਿੰਦੀ ਹੈ, ਉਸ ਤੋਂ ਬਾਅਦ ਉਹ ਖਤਮ ਹੋ ਜਾਂਦੀ ਹੈ। ਅਸੀਂ ਚਾਹੁੰਦੇ ਹਾਂ ਕਿ ਇਹ ਚਰਚਾ ਲਗਾਤਾਰ ਰਹੇ ਔਰ ਲਗਾਤਾਰ ਲੋਕ ਸਾਨੂੰ ਅਕਾਊਂਟੇਬਲ ਵੀ ਬਣਾਉਂਦੇ ਰਹੇ। ਤੁਸੀਂ ਹੁਣ ਕੀ ਕੀਤਾ, ਸਾਲ ਬਾਅਦ ਜਦ ਪਬਲਿਕ ਰਿਪੋਰਟ ਆਉਂਦੀ ਹੈ ਤੇ ਕਿਵੇਂ ਦਾ ਪਾਲਿਸੀ ਵਰਕ ਸਰਕਾਰ ਕਰ ਰਹੀ ਹੈ ਕਿ ਉਹ ਬੈਰੀਅਰਸ ਜਿਹੜੇ ਸਾਹਮਣੇ ਆ ਗਏ, ਜਿਹੜੇ ਕਿ ਅਜੇ ਵੀ ਸਾਨੂੰ ਪਤਾ ਹੈ ਕਿ ਉਹ ਬੈਰੀਅਰਸ ਹੈਗੇ, ਪਰ ਉਹ ਇੱਕ ਸਪਸ਼ਟ ਰੂਪ ਵਿੱਚ ਸਾਹਮਣੇ ਆ ਜਾਣਗੇ ਤੇ ਕੀ ਸਰਕਾਰਾਂ ਨੇ ਕੀਤਾ ਉਹ ਬੈਰੀਅਰਸ ਨੂੰ, ਉਹ ਗੈਪਸ ਨੂੰ ਘਟਾਉਣ ਦੇ ਲਈ। ਬਿਲਕੁਲ ਠੀਕ ਹੈ ਜੀ। ਸੋ ਕੁੱਲ ਮਿਲਾ ਕੇ ਹਵਾ ਸਾਫ਼ ਹੈ, ਪਾਣੀ ਵਧੀਆ ਇੱਥੇ ਦਾ, ਰਹਿਣ ਸਹਿਣ ਵੀ ਚੰਗਾ, ਕੰਮ ਦੇ ਮੌਕੇ ਵੀ ਹੈਗੇ, ਇਸੇ ਕਰਕੇ ਸਾਰੀ ਦੁਨੀਆ ਤੋਂ ਲੋਕ ਚਾਹੁੰਦੇ ਆ ਕਿ ਅਸੀਂ ਇੱਥੇ ਆਈਏ। ਪਰ ਆ ਜਿਹੜਾ ਥੋੜ੍ਹਾ ਜਿਹਾ ਕੰਮ ਜੇ ਰਹਿੰਦਾ ਨਸਲੀ ਭੇਦਭਾਵ ਦਾ, ਜਿੱਥੇ ਕਿਤੇ ਵੀ ਹੁੰਦਾ ਹੈ, ਜੇ ਕਿਉਂਕਿ ਜਿਹੜੇ ਬੰਦੇ ਨੂੰ ਉਹ ਸਾਹਮਣਾ ਕਰਨਾ ਪੈਂਦਾ ਉਹਨੂੰ ਹੀ ਪਤਾ ਕਿ ਉਹ ਕਿਸ ਸਮੱਸਿਆ 'ਚ ਗੁਜ਼ਰਦਾ, ਤੇ ਉਮੀਦ ਕਰਦੇ ਹਾਂ ਕਿ ਤੁਸੀਂ ਲਗਾਤਾਰ ਲੱਗੇ ਰਹੋ, ਲੋਕ ਤੁਹਾਡਾ ਸਾਥ ਦੇਣ ਤੇ ਕੰਮ ਨਿਬੜ ਜਾਏ ਜੀ। ਬਿਲਕੁਲ। ਅਜੇ ਮੈਂ ਤੁਹਾਨੂੰ ਜਾਣ ਨਹੀਂ ਦੇਣਾ, 2 ਚੀਜ਼ਾਂ ਪੰਜਾਬ ਦੇ ਲਈ ਇੱਥੋਂ ਦੀਆਂ ਤੁਹਾਡੇ ਤੋਂ ਮੈਂ ਪੁੱਛਣੀਆਂ, ਕਿਉਂਕਿ ਉੱਥੇ ਬਜਟ ਸੈਸ਼ਨ ਹੈ, 3 ਦਿਨ ਦਾ ਵਿਧਾਨ ਸਭਾ ਦਾ ਸੈਸ਼ਨ, 4 ਦਿਨ ਦਾ, 5 ਦਿਨ ਦਾ, ਐਤਕੀ 6-7 ਦਿਨ ਦਾ ਹੋ ਜਾਊਗਾ। ਪਿਛਲੇ ਸਮੇਂ ਦੇ ਵਿੱਚ ਰੋਜ਼ ਹੀ ਅਸੀਂ ਖਬਰਾਂ ਪੜ੍ਹਦੇ ਸੀ ਕਿ ਵਿਕਟੋਰੀਆ ਜਿੱਥੇ ਰਾਜਧਾਨੀ ਹੈ, ਜਿੱਥੇ ਤੁਹਾਨੂੰ ਜਾਣਾ ਪੈਂਦਾ ਮਿਨਿਸਟਰਾਂ ਨੂੰ, ਸੰਸਦੀ ਸਕੱਤਰਾਂ ਨੂੰ, MLA ਸਾਹਿਬਾਂ ਨੂੰ, ਕਿੰਨੇ ਕੁ ਦਿਨ ਚੱਲਿਆ ਜੀ ਆ ਜਿਹੜਾ ਤੁਹਾਡਾ ਸੈਸ਼ਨ ਸੀ? ਜੀ ਸਾਡਾ ਜੀ ਇਹ ਜਿਹੜਾ ਸਪ੍ਰਿੰਗ ਸੈਸ਼ਨ ਅਸੀਂ ਕਹਿੰਦੇ ਆ, ਉਹ ਫੈਬਰੂਰੀ 'ਚ ਸ਼ੁਰੂ ਹੋਇਆ। ਠੀਕ ਹੈ ਜੀ। ਫੈਬਰੂਰੀ ਦੇ ਪਹਿਲੇ ਹਫਤੇ ਤੇ ਉਹ ਹੁਣ 2 ਜੂਨ ਨੂੰ ਮੁੱਕਿਆ ਹੈਗਾ। ਸਾਲ 'ਚ ਕਿੰਨੇ ਹੁੰਦੇ ਆ ਜੀ? ਇਹ ਜੀ 2 ਹੁੰਦੇ, ਇੱਕ ਸਪ੍ਰਿੰਗ ਸੈਸ਼ਨ ਹੈ ਜਿਹੜਾ ਫੈਬਰੂਰੀ to ਜੂਨ ਤੱਕ ਜਾਂਦਾ। ਠੀਕ ਹੈ ਜੀ। ਤੇ ਹੁਣ ਹੋਏਗਾ ਇੱਕ ਫਾਲ ਸੈਸ਼ਨ ਜਿਹੜਾ 2 ਮਹੀਨੇ ਰਹੇਗਾ, ਅਕਤੂਬਰ-ਨਵੰਬਰ ਦੇ ਵਿੱਚ। ਜਾਨੀ ਹੁਣ ਫਰਵਰੀ ਤੋਂ ਜੂਨ ਤੱਕ ਚੱਲਿਆ। ਹਾਂਜੀ। ਫਰਵਰੀ, ਮਾਰਚ, ਅਪ੍ਰੈਲ, ਮਈ, ਜੂਨ, 4 ਕੁ ਮਹੀਨੇ ਤੁਸੀਂ ਹਫਤੇ 4 ਦਿਨ ਜਾਂਦੇ ਸੀ ਉੱਥੇ ਸਾਰੇ ਜਾਣੇ, ਤੇ 2 ਮਹੀਨੇ ਫਿਰ ਚੱਲਣਾ। ਹਾਂਜੀ। ਮੈਂ ਪ੍ਰਾਈਮ ਏਸ਼ੀਆ TV ਦੇ ਪਰਿਵਾਰ ਦੇ ਮੈਂਬਰਾਂ ਨੂੰ ਸਿਰਫ ਇਹ ਦੱਸਣਾ ਚਾਹੁੰਦਾ, ਮੈਂ ਇਹ ਸਵਾਲ ਤਾਂ ਕੀਤਾ ਸੀ ਕਿ ਆਪਣੇ ਸੱਜਣ ਸਾਰੇ ਜਿਹੜੇ ਲੋਕਾਂ ਦੀਆਂ ਵੋਟਾਂ ਨਾਲ ਚੁਣੇ ਹੁੰਦੇ ਆ ਤੇ ਉਹ 4 ਵਾਰੀ ਬਹਿੰਦੇ ਆ, 4-4 ਦਿਨ, 5-5 ਦਿਨ, ਤੇ ਇੱਥੇ ਸਾਨੂੰ MLA ਲੱਭਦੇ ਨਹੀਂ ਹੁੰਦੇ ਕਿਉਂਕਿ ਉਹ ਵਿਧਾਨ ਸਭਾ 'ਚ ਗਏ ਹੁੰਦੇ ਆ, ਕਿਉਂਕਿ ਉੱਥੇ ਜਾ ਕੇ ਵਿਚਾਰ ਚਰਚਾ ਹੋਣੀ ਹੁੰਦੀ ਹੈ ਕਿ ਲੋਕਾਂ ਨੂੰ ਹੋਰ ਸਹੂਲਤਾਂ ਕਿੱਦਾਂ ਦੇਣੀਆਂ, ਸਮੱਸਿਆ ਕਿੱਦਾਂ ਦੂਰ ਕਰਨੀ ਹੈ। ਸਾਡੇ ਸਾਰੇ ਮਾਣਮੱਤੇ ਲੀਡਰ ਸਾਹਿਬਾਨ, ਸਤਿਕਾਰਯੋਗ ਲੀਡਰ ਸਾਹਿਬਾਨ ਪੰਜਾਬ ਦੇ ਆਉਂਦੇ ਹੁੰਦੇ ਕੈਨੇਡਾ, ਉਹਨਾਂ ਦੇ ਰਿਸ਼ਤੇਦਾਰ ਵੀ ਨੇ, ਉਹਨਾਂ ਦੇ ਸਮਰਥਕ ਵੀ ਨੇ। ਇੱਕ ਵਾਰੀ ਵਿਧਾਨ ਸਭਾ ਗੇੜਾ ਮਾਰ ਜਾਇਓ ਜ਼ਰੂਰ, ਮਾਰਦੇ ਵੀ ਹੋ ਤੁਸੀਂ ਗੇੜਾ, ਤੁਹਾਨੂੰ ਉੱਥੇ ਸਨਮਾਨਿਤ ਵੀ ਕਰਦੇ ਹੁੰਦੇ ਸਾਡੇ ਇੱਥੇ ਵਾਲੇ ਸੱਜਣ, ਪਰ ਉਹਨਾਂ ਤੋਂ ਪੁੱਛ ਜ਼ਰੂਰ ਜਾਇਓ ਕਿ ਭਾਈ ਤੁਹਾਡੀ ਵਿਧਾਨ ਸਭਾ ਕਿੰਨੇ ਦਿਨ ਚੱਲਦੀ ਹੈ, ਫਿਰ ਪੰਜਾਬ ਵਾਲੀ ਨਾਲ ਕੰਪੈਰੀਜ਼ਨ ਕਰ ਲਿਓ। ਰਚਨਾ ਸਿੰਘ ਜੀ ਤੁਸੀਂ ਜੁੜੇ, ਤੁਹਾਡਾ ਬਹੁਤ ਧੰਨਵਾਦ। ਸ਼ੁਕਰੀਆ ਜੀ, ਮਿਹਰਬਾਨੀ। ਸੋ ਸਰੀ ਗ੍ਰੀਨ ਟਿੰਬਰ ਤੋਂ MLA ਨੇ, ਸੰਸਦੀ ਸਕੱਤਰ ਨੇ ਰਚਨਾ ਸਿੰਘ ਹੋਰੀ। ਬਹੁਤ ਅਹਿਮ ਮੁੱਦਾ ਨਸਲੀ ਭੇਦਭਾਵ ਦਾ, ਜਾਣੀ ਬਹੁਤ ਸਾਰੀਆਂ ਫਿਲਮਾਂ ਬਣੀਆਂ, ਬਹੁਤ ਸਾਰੀਆਂ ਕਿਤਾਬਾਂ ਅਸੀਂ ਪੜ੍ਹਨੋਂ ਹਟ ਗਿਆ, ਚਲੋ ਕੋਈ ਗੱਲ ਨਹੀਂ, ਕਾਮਾਗਾਟਾ ਮਾਰੂ ਦੀ ਜਦੋਂ ਗੱਲ ਚੱਲਦੀ ਹੈ। ਵੈਸੇ ਤਾਂ ਇੱਥੇ ਕੈਨੇਡਾ ਦੇ ਵਿੱਚ ਵੀ ਜਿੰਨੇ ਕੁ ਸੱਜਣ ਆਏ ਆ, ਵਾਟਰਫਰੰਟ ਦੇ ਉੱਤੇ ਵੈਨਕੂਵਰ ਜਾਂਦੇ ਜ਼ਰੂਰ ਆ, ਪਰ ਜੇ ਉੱਥੇ ਜਾਈਏ ਤਾਂ ਖੱਬੇ ਹੱਥ ਬਿਲਡਿੰਗਾਂ ਜੀਆਂ 2 ਪਾਰ ਕਰਕੇ ਇੱਕ ਛੋਟੀ ਜਿਹੀ ਜਗ੍ਹਾ ਬਣੀ ਹੈ, ਸਭ ਤੋਂ ਇੰਪੋਰਟੈਂਟ ਹੈ, ਅਸੀਂ ਉੱਥੋਂ ਜਾਣੋਂ ਹਟ ਗਏ, ਜਾਇਆ ਕਰੀਏ। ਨਵੇਂ ਅੰਤਰਰਾਸ਼ਟਰੀ ਵਿਦਿਆਰਥੀ ਆਉਂਦੇ ਆ, ਬਹੁਤ ਮਿਹਨਤਾਂ ਕਰਨੀਆਂ ਪੈਂਦੀਆਂ ਉਹਨਾਂ ਨੂੰ, ਪਰ ਇੱਥੇ ਕੀ ਕੁਝ ਆਪਣੇ ਬਜ਼ੁਰਗਾਂ ਨੇ ਸਹਿਣ ਕੀਤਾ, ਵੋਟ ਦਾ ਅਧਿਕਾਰ ਕਿਵੇਂ ਮਿਲਿਆ, ਉਹਦੇ ਤੋਂ ਬਾਅਦ ਨਸਲੀ ਵਿਤਕਰਾ ਬਹੁਤ ਸੀਮਤ ਜਿਹਾ ਕਿਵੇਂ ਹੋ ਗਿਆ, ਵੱਡੀ ਪੱਧਰ ਤੇ ਹੁੰਦਾ ਸੀ, ਤੇ ਅੱਜ ਉਹ ਸੀਮਤ ਵਿਤਕਰੇ ਨੂੰ ਵੀ ਖਤਮ ਕਿਵੇਂ ਕਰਨਾ ਤੇ ਬਾਕੀ ਭਾਈਚਾਰਿਆਂ ਨਾਲ ਮਿਲ ਜੁਲ ਕੇ ਕਿਵੇਂ ਰਹਿਣਾ, ਸਮਝਣ, ਸਿੱਖਣ ਤੇ ਅੱਗੇ ਵਧਣ ਦੀ ਲੋੜ ਹੈ। ਇੱਥੇ ਮੈਨੂੰ ਪਰਮਜੀਤ ਸਿੰਘ ਬਾਠ ਨੂੰ ਦੇ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।